ਕੱਲ ਜਿਹੜੇ ਲੋਕ ਨੌਜਵਾਨ ਆ ਜਾਂ ਲੋਕ ਪ੍ਰਾਈਵੇਟ ਜੌਬਸ ਕਰਦੇ ਆ ਜਿਹੜੇ ਕਿ 8-9 ਘੰਟੇ ਸਿਟਿੰਗ ਕਰਦੇ ਆ ਸਟ੍ਰੇਟ ਬਹਿ ਕੇ, ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਆਉਂਦੀ ਪਈ ਆ ਉਹਨੂੰ ਸਰਵਾਈਕਲ ਪੇਨ ਦੀ। ਉਹ ਸਰਵਾਈਕਲ ਪੇਨ ਨੂੰ ਲੈ ਕੇ ਉਹ ਜਦੋਂ ਘਰੇ ਜਾਂਦੇ ਆ, ਸੌਂਦੇ ਆ ਜਾਂ ਸਾਰਾ ਦਿਨ ਇੱਥੋਂ ਪੇਨ ਸ਼ੁਰੂ ਹੁੰਦੀ ਆ ਥੱਲੇ ਤੱਕ ਚਲੇ ਜਾਂਦੀ ਆ, ਉਹਦਾ ਆਯੁਰਵੈਦ ਦੇ ਵਿੱਚ ਕਿਸ ਤਰ੍ਹਾਂ ਦਾ ਇਲਾਜ ਆ ਤੇ ਉਹਦਾ ਰੀੜ੍ਹ ਦੀ ਹੱਡੀ ਨਾਲ ਕੋਈ ਸੰਬੰਧ ਹੈ? देखो ਜਿਹੜਾ ਆਪਣਾ ਬਾਡੀ ਦਾ ਸਿਸਟਮ ਹੈਗਾ ਨਾ, ਆਪਣੇ ਗਲੇ ਤੋਂ ਉੱਪਰ ਦੀਆਂ ਜਿੰਨੀਆਂ ਨਸਾਂ ਹੈਗੀਆਂ, ਨਾੜੀਆਂ ਹੈਗੀਆਂ, ਉਹਨਾਂ ਦਾ ਜਿਹੜਾ ਡਾਇਆਮੀਟਰ ਹੈਗਾ ਉਹ ਘਟ ਜਾਂਦਾ ਹੈ। ਬੋਲਣੇ ਦਾ ਮਤਲਬ ਇਹ ਕਿ ਆਪਣੇ ਗਲੇ ਤੋਂ ਨੀਚੇ ਬਲੱਡ ਫਲੋ ਜਾਂ ਸੈਲਫੀਆਂ ਪਾਉਂਦੇ ਆ ਜਿਮ ਜਾ ਕੇ, ਡੇਲੀ ਸਨੈਪਚੈਟ ਪਾਉਂਦੇ ਆ, ਉਹਨਾਂ ਲਈ ਬੜੇ ਵਧੀਆ ਜਵਾਬ ਦਿੱਤਾ ਆ। ਤੁਸੀਂ ਅੱਜ ਅਸੀਂ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪੀਟਲ ਦੇ ਵਿੱਚ ਆ, ਤੁਸੀਂ ਜਿਮ ਜ਼ਰੂਰ ਜਾਓ, ਤੁਸੀਂ ਆਪਣੇ ਵਧੀਆ ਕੋਚ ਰਾਹੀਂ ਵੀ ਐਕਸਰਸਾਈਜ਼ ਕਰੋ, ਪ੍ਰੋਟੀਨ ਵੀ ਖਾਓ। देखो जो ऑपरेट है ना रीढ़ की हड्डी के ऑपरेशन कराने लिए पेशेंट भी 100 वारी सोचता हैगा, क्योंकि किते ना किते रिस्क इनवॉल्व जरूर होंदा है इदां दी सर्जरीज च। ਜਦੋਂ ਤੁਹਾਨੂੰ ਪਤਾ ਹੈਗਾ, ਤੁਹਾਨੂੰ ਕਿਸੇ ਨੇ ਗਾਈਡ ਕੀਤਾ ਡਾਕਟਰ ਨੇ ਕਿ ਤੁਹਾਨੂੰ ਆਪਰੇਟ ਕਰਾਉਣਾ ਹੀ ਪਏਗਾ, ਮੇਰੇ ਹਿਸਾਬ ਨਾਲ ਤੁਹਾਨੂੰ ਉਦੋਂ 1 ਜਾਂ 2 ਮਹੀਨੇ ਦਾ ਸਮਾਂ ਜ਼ਰੂਰ ਲੈ ਕੇ ਤੁਹਾਨੂੰ ਆਯੁਰਵੇਦ ਜ਼ਰੂਰ ਟਰਾਈ ਕਰਨਾ ਚਾਹੀਦਾ, ਕਿਉਂਕਿ ਆਯੁਰਵੇਦ 'ਚ ਇਹਦੇ ਬਹੁਤ ਅੱਛੇ ਰਿਜ਼ਲਟਸ ਹੈਗੇ। ਐਕਚੁਅਲੀ ਆਪਣੇ ਕੋਲ ਆ ਗਏ, ਇੱਥੇ ਆ ਕੇ ਕਹਿੰਦੇ ਕਿ ਤੁਸੀਂ ਬੈਕ ਪੇਨ ਦਾ ਟ੍ਰੀਟਮੈਂਟ ਕਰਦੇ ਹੋ। ਆਪਾਂ ਕਿਹਾ ਹਾਂਜੀ ਆਪਾਂ ਕਰਦੇ ਹੈਗੇ, ਤੇ ਨਾਲ ਹੀ ਉਹਨਾਂ ਨੇ ਕਿਹਾ ਬਟ ਇਹਨਾਂ ਦਾ ਤਾਂ ਅੱਜ ਆਪਰੇਸ਼ਨ ਹੈਗਾ। ਤੇ ਫਿਰ ਆਪਾਂ ਇਹ ਸੁਜੈਸਟ ਕੀਤਾ ਕਿ ਤੁਸੀਂ ਡਿਸੀਜਨ ਲਓ ਕਿ ਤੁਸੀਂ ਕਰਾਉਣਾ ਜਾਂ ਨਹੀਂ ਕਰਾਉਣਾ, ਤੇ ਉਹ ਕਹਿੰਦੇ ਕਿ ਚਲੋ ਤੁਸੀਂ ਗਾਈਡ ਕਰੋ। ਮੈਂ ਕਿਹਾ ਜੇ ਆਪਣੇ ਕੋਲ ਟ੍ਰੀਟਮੈਂਟ ਲੈਣਾ ਹੈ ਤਾਂ ਆਲਮੋਸਟ ਤੁਹਾਨੂੰ 15 ਦਿਨਾਂ ਤੋਂ 1 ਮਹੀਨੇ ਦੇ ਵਿੱਚ ਰਿਜ਼ਲਟਸ ਮਿਲ ਜਾਣਗੇ। ਜੇ ਤੁਹਾਨੂੰ ਬਾਈ ਚਾਂਸ ਕਿਤੇ ਲੱਗਿਆ ਕਿ ਰਿਜ਼ਲਟ ਨਹੀਂ ਮਿਲ ਰਹੇ ਤਾਂ ਕੋਈ ਗੱਲ ਨਹੀਂ, ਫਿਰ ਤੁਸੀਂ ਨੈਕਸਟ ਡੇਟ ਲੈ ਕੇ ਕਰਵਾ ਲਿਓ ਉਹਨਾਂ ਦਾ ਆਪਰੇਸ਼ਨ। ਤੇ ਅੱਜ ਆਲਮੋਸਟ 2.5 ਮਹੀਨੇ ਹੋ ਗਏ, ਉਹ ਆਂਟੀ ਬਿਲਕੁਲ ਠੀਕ ਹੈਗੇ, ਹੁਣ ਤੁਰਦੇ ਫਿਰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ SMZ ਨਿਊਜ਼। ਮੈਂ ਹਾਂ ਨਰਿੰਦਰ ਸਿੰਘ ਕਲੇਰ। ਸਾਡੇ ਸਮਾਜ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਭਾਵੇਂ ਤਰੱਕੀ ਦੇ ਰਾਹ 'ਤੇ ਤੁਰਨ ਵਾਸਤੇ ਕਈ ਅਜਿਹੀਆਂ ਔਕੜਾਂ ਪਾਰ ਕਰ ਲਈਆਂ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਾਇਨੇ ਰੱਖਦੀਆਂ। ਪੈਸੇ ਦੀ ਗੱਲ ਹੋਵੇ, ਪਰਿਵਾਰਕ ਸਾਂਝਾਂ ਦੀ ਗੱਲ ਹੋਵੇ, ਪਰ ਅਸੀਂ ਇੱਕ ਚੀਜ਼ ਹਮੇਸ਼ਾ ਭੁੱਲਦੇ ਜਾ ਰਹੇ ਹਾਂ, ਉਹ ਹੈ ਸਾਡੀ ਤੰਦਰੁਸਤੀ। ਤੇ ਉਸ ਤੰਦਰੁਸਤੀ ਨੂੰ ਕਾਇਮ ਰੱਖਣ ਦੇ ਲਈ ਸਾਡੇ ਪੁਰਖਿਆਂ ਦੇ ਵੱਲੋਂ ਕਈ ਅਜਿਹੇ ਕਿਸਮ ਦੇ ਕਾਢਾਂ ਕੱਢੀਆਂ ਗਈਆਂ ਸਨ। ਦਵਾਈਆਂ ਦੀ ਗੱਲ ਕੀਤੀ ਜਾਵੇ, ਐਕਸਰਸਾਈਜ਼ ਦੀ ਗੱਲ ਕੀਤੀ ਜਾਵੇ, ਯੋਗਾ ਦੀ ਗੱਲ ਕੀਤੀ ਜਾਵੇ, ਪਰ ਕਹਿੰਦੇ ਕਿ ਜ਼ਮਾਨਾ ਬਦਲਦਾ ਪਿਆ ਏ, ਜ਼ਮਾਨਾ ਮਾਡਰਨ ਹੋ ਗਿਆ ਏ। ਅਤੇ ਉਸੇ ਮਾਡਰਨ ਜ਼ਮਾਨੇ ਦੇ ਨਾਲ ਅੱਜ ਮੇਰੇ ਨਾਲ ਬੜੇ ਹੀ ਖਾਸ ਮਹਿਮਾਨ ਡਾਕਟਰ ਸਾਹਿਬ ਨੇ, ਜਿਹੜੇ ਇੱਕ ਦਾਅਵਾ ਵੀ ਕਰਦੇ ਆ ਤੇ ਇੱਕ ਵੱਡੇ ਪੱਧਰ 'ਤੇ ਇਹਨਾਂ ਦੇ ਵੱਲੋਂ ਤਕਰੀਬਨ ਹਜ਼ਾਰਾਂ ਦੇ ਹਿਸਾਬ ਦੇ ਨਾਲ ਮਰੀਜ਼ ਸਹੀ ਕੀਤੇ ਗਏ ਆ, ਜਿਹੜੇ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਭਾਵੇਂ ਉਹਨਾਂ ਨੇ ਆਪਰੇਸ਼ਨ ਕਰਵਾਏ ਸੀ, ਪਰ ਉਹ ਤਕਲੀਫ ਸੀ ਉਹਨਾਂ ਨੂੰ ਬੈਕ ਦੀ ਲਾ ਲਓ, ਸਰਵਾਈਕਲ ਦੀ ਲਾ ਲਓ, ਰੀੜ੍ਹ ਦੀ ਹੱਡੀ ਦੇ ਨਾਲ ਕਈ ਅਜਿਹੀਆਂ ਸਮੱਸਿਆਵਾਂ। ਗੱਲਬਾਤ ਕਰਾਂਗੇ ਤੇ ਤੁਹਾਡੇ ਵੀ ਜਿਹੜੇ ਸਵਾਲ ਨੇ, ਜਿਹੜੇ ਮੋਸਟ ਕਾਮਨ ਸਵਾਲ ਹੁੰਦੇ ਆ, ਅਸੀਂ ਉਹਨਾਂ ਨਾਲ ਜਵਾਬ ਵੀ ਲਵਾਂਗੇ। ਮੇਰੇ ਨਾਲ ਮੌਜੂਦ ਨੇ ਡਾਕਟਰ ਸ਼ਾਰਦਾ ਹਸਪੀਟਲ ਦੇ ਮੈਡਮ ਡਾਕਟਰ ਮੁਕੇਸ਼ ਜੀ। ਮੈਡਮ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਅੱਜ ਕੱਲ੍ਹ ਲੋਕ ਬੜਾ ਡੇ ਬਾਈ ਡੇ ਤਰੱਕੀ ਦੇ ਰਾਹ ਵੱਲ ਜਾਣ ਦੀ ਕੋਸ਼ਿਸ਼ ਕਰਦੇ ਆ। ਲੋਕ ਇਹ ਕਹਿੰਦੇ ਆ ਕਿ ਅਸੀਂ ਜਲਦੀ ਅਮੀਰ ਹੋ ਜਾਈਏ, ਪਰ ਉਹ ਕਹਿੰਦੇ ਅਸੀਂ ਡਬਲ ਸ਼ਿਫਟ ਕਰ ਲਈਏ। ਪਰ ਇਹ ਚੀਜ਼ ਭੁੱਲ ਜਾਂਦੇ ਆ ਕਿ ਜਿਸ ਕਰਕੇ ਅਸੀਂ ਪੈਸਾ ਕਮਾਉਂਦੇ ਆ ਉਹ ਸਾਡੀ ਸਿਹਤ ਹੈ। ਸਿਹਤ ਭੁੱਲ ਜਾਂਦੇ ਆ। ਤੇ ਸਭ ਤੋਂ ਮੋਸਟ ਜਿਹੜੇ ਅੱਜ ਕੱਲ੍ਹ ਪ੍ਰੋਬਲਮ ਚੱਲਦੀ ਪਈ ਹੈ ਉਹ ਹੈ ਸਿਟਿੰਗ ਤੋਂ ਬਾਅਦ ਜਦੋਂ ਉੱਠਦੇ ਆ ਤਾਂ ਇੱਥੇ ਹੱਥ ਫੜ ਕੇ ਉੱਠ ਜਾਂਦੇ। ਕਾਰਨ ਕੀ ਮੰਨਦੇ ਹੋ? ਜੀ, ਜਿਵੇਂ ਕਿ ਤੁਸੀਂ ਦੱਸਿਆ, ਅੱਜ ਕੱਲ੍ਹ ਦਾ ਲਾਈਫ ਸਟਾਈਲ ਜਿਹੜਾ ਹੈਗਾ ਇਹ ਸਾਰਿਆਂ ਤੋਂ ਵੱਡੀ ਇੱਕ ਬਾਧਾ ਆ ਰਹੀ ਹੈ। ਆਪਣੇ ਹੱਡੀਆਂ ਦਾ ਜਿਹੜਾ ਢਾਂਚਾ ਹੈਗਾ ਉਹਨੂੰ ਲਗਾਤਾਰ ਮੂਵਮੈਂਟ ਕੁਛ ਨਾ ਕੁਛ ਚਾਹੀਦੀ ਹੁੰਦੀ ਹੈਗੀ। ਹੁਣ ਆਪਣਾ ਜਿਹੜਾ ਵੀ ਕੰਮ ਹੈਗਾ ਉਹ ਸਾਰਾ ਬੈਠਣੇ ਵਾਲਾ ਹੀ ਹੋ ਗਿਆ। ਜਿਵੇਂ ਆਪਾਂ ਸਵੇਰੇ ਘਰੋਂ ਨਿਕਲਦੇ ਹੈਗੇ, ਗੱਡੀ 'ਚ ਬੈਠ ਕੇ ਡੈਸਟੀਨੇਸ਼ਨ ਆਫਿਸ ਕਿਤੇ ਵੀ ਪਹੁੰਚ ਜਾਂਦੇ ਨੇ, ਉੱਥੇ ਸਾਰਾ ਦਿਨ ਬੈਠ ਕੇ ਕੰਮ ਕਰਦੇ ਨੇ, ਫਿਰ ਗੱਡੀ 'ਚ ਬੈਠ ਕੇ ਘਰ ਪਹੁੰਚ ਜਾਂਦੇ ਨੇ ਅਤੇ ਖਾਣਾ ਖਾ ਕੇ ਫਿਰ ਸੋ ਜਾਂਦੇ ਨੇ। ਆਪਣਾ ਜਿਹੜਾ ਅੱਜ ਦਾ ਟੌਪਿਕ ਹੈਗਾ ਉਹ ਰੀੜ੍ਹ ਦੀ ਹੱਡੀ ਅਤੇ ਉਹਦੀਆਂ ਨੁਕਸਾਂ ਦੇ ਬਾਰੇ 'ਚ ਇਹ ਹੈਗਾ। ਜ਼ਿਆਦਾਤਰ ਰੀੜ੍ਹ ਦੀ ਹੱਡੀ ਨੂੰ ਲਚਕ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਹੈਗੀ, ਅਤੇ ਅੱਜ ਕੱਲ੍ਹ ਆਪਣੇ ਕੋਲ ਉੱਦਾਂ ਦੇ ਕੰਮ ਤਾਂ ਰਹੇ ਨਹੀਂ ਹੈਗੇ ਕਿ ਆਪਾਂ ਉਹਨੂੰ ਮੂਵਮੈਂਟ ਦੇ ਪਾਈਏ। ਲੇਕਿਨ ਸਾਰੇ ਤੋਂ ਵੱਡੀ ਡਰੋਬੈਕ ਇਹ ਹੈਗੀ ਕਿ ਜਿਹੜੇ ਪੇਸ਼ੈਂਟਸ ਜਾਂ ਫਿਰ ਆਪਾਂ ਨੋਰਮਲ ਇਨਸਾਨਾਂ ਦੀ ਗੱਲ ਕਰੀਏ, ਉਹ ਵੀ ਐਕਸਰਸਾਈਜ਼ ਦੀ ਤਰਫ ਧਿਆਨ ਨਹੀਂ ਦਿੰਦੇ।
ਤੋ ਉਹਨਾਂ ਦੀ ਰੀੜ੍ਹ ਦੀ ਹੱਡੀ 'ਚ ਕਾਫੀ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਆਉਣਾ ਸ਼ੁਰੂ ਹੋ ਰਹੀਆਂ ਨੇ। ਲਾਈਕ ਦੇਖਿਆ ਗਿਆ ਹੈ ਕਿ ਅੱਜ ਕੱਲ ਲੋਕ ਜਿਹੜੇ ਯੰਗ ਹੈਗੇ ਆ ਉਹ ਜਿਮ ਵੱਲ ਜ਼ਿਆਦਾ ਧਿਆਨ ਦਿੰਦੇ ਪਏ ਆ, ਪਰ ਜਿਹੜੇ ਜਿਮ ਜਾਂਦੇ ਆ ਉਹ ਸਭ ਤੋਂ ਵੱਧ ਇਹ ਚੀਜ਼ ਨਾਲ ਪ੍ਰਭਾਵਿਤ ਨੇ, ਔਰ ਰੀੜ੍ਹ ਦੀ ਹੱਡੀ, ਬੈਕ ਪੇਨ। ਇੱਕ ਤਾਂ ਇਹ ਕਾਰਨ ਦੱਸ ਦਿਓ, ਇੱਕ ਆਮ ਲੋਕਾਂ ਲਈ ਇੱਕ ਕਾਰਨ ਕਿਉਂ ਬਣਦੀ ਹੈ ਰੀੜ੍ਹ ਦੀ ਹੱਡੀ ਦਰਦ? ਰੀੜ੍ਹ ਦੀ ਹੱਡੀ ਦੇ ਜੇ ਆਪਾਂ ਮੈਡੀਕਲ ਟਰਮੀਨੋਲੋਜੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਬਹੁਤ ਸਾਰੇ ਕਾਰਨ ਹੈਗੇ। ਬੱਚਿਆਂ ਦੀ ਮੈਂ ਗੱਲ ਕਰਾਂ, ਬੱਚਿਆਂ ਨੂੰ ਕਿਉਂ ਰੀੜ੍ਹ ਦੀ ਹੱਡੀ ਦੇ ਰੋਗ ਸਟਾਰਟ ਹੋ ਜਾਂਦੇ ਨੇ, ਸਾਰਿਆਂ ਤੋਂ ਵੱਡਾ ਕਾਰਨ ਹੈਗਾ ਕੈਲਸ਼ੀਅਮ, ਔਰ ਉਸ ਤੋਂ ਵੀ ਵੱਡਾ ਕਾਰਨ ਵਿਟਾਮਿਨ D3 ਦਾ ਘੱਟ ਹੋਣਾ। ਤੁਸੀਂ ਦੇਖਿਆ ਹੋਣਾ ਕੋਈ ਵੀ ਬੱਚਾ ਅੱਜ ਦੇ ਟਾਈਮ 'ਚ ਧੁੱਪ 'ਚ ਬਾਹਰ ਨਹੀਂ ਖੇਲਦਾ, ਕਿਉਂਕਿ ਜੇ ਆਪਾਂ ਕਿਸੇ ਬੱਚੇ ਨੂੰ ਬਾਹਰ ਭੇਜ ਦਈਏ ਤਾਂ ਆਪਾਂ ਸਨਸਕ੍ਰੀਨ ਲਗਾ ਕੇ ਭੇਜਦੇ ਹੈਗੇ, ਧੁੱਪ ਤਾਂ ਬੱਚੇ ਜਾਂਦੇ ਹੀ ਨਹੀਂ ਹੈਗੇ। ਸਾਰਿਆਂ ਨੂੰ ਇਹ ਹੁੰਦਾ ਕਿ ਟੈਨਿੰਗ ਹੋ ਜਾਏਗੀ, ਕਾਲੇ ਹੋ ਜਾਣਗੇ। ਇਹ ਸਾਰਿਆਂ ਤੋਂ ਵੱਡੀ ਇੱਕ ਕਮੀ ਹੈਗੀ, ਜਿਹੜੇ ਬੱਚਿਆਂ 'ਚ ਆਰਥਰਾਈਟਿਸ ਡਿਵੈਲਪ ਹੋ ਰਿਹਾ, ਉਹ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਹੈਗੇ, ਉਹਨਾਂ ਦੀ ਬੋਨ ਸਟਰੈਂਥ ਬਣ ਨਹੀਂ ਪਾਉਂਦੀ। ਦੂਜਾ, ਉਹਨਾਂ ਦੇ ਖਾਣੇ ਪੀਣੇ 'ਚ ਇੱਕ ਕਾਰਨ ਕਿ ਆਪਾਂ ਘਿਓ ਬਹੁਤ ਘੱਟ ਦਿੰਦੇ ਨੇ। ਘਿਓ ਇੱਦਾਂ ਦੀ ਚੀਜ਼ ਹੈਗੀ, ਗਾਂ ਦੇ ਘਿਓ ਦੀ ਮੈਂ ਗੱਲ ਕਰ ਰਹੀ ਹਾਂ ਬੇਸਿਕਲੀ, ਜਿਹੜਾ ਬਹੁਤ ਹੀ ਅੱਛਾ ਲੁਬਰੀਕੇਸ਼ਨ, ਐਜ਼ ਅ ਲੁਬਰੀਕੇਸ਼ਨ ਵਰਕ ਕਰਦਾ ਹੈ। ਉਹ ਮਸਲਸ ਲਈ ਵੀ ਐਜ਼ ਅ ਲੁਬਰੀਕੈਂਟ ਕੰਮ ਕਰਦਾ ਹੈ, ਬੋਨਸ ਲਈ ਵੀ ਕਰਦਾ ਹੈਗਾ। ਔਰ ਆਪਣੀ ਜਿਹੜੀਆਂ ਆਂਤਾਂ ਹੈਗੀਆਂ, ਜਿਹੜਾ ਆਪਣਾ ਖਾਣਾ ਖਾਂਦੇ ਨਾ, ਅਗਰ ਆਪਾਂ ਪ੍ਰੋਪਰ ਐਡੀਕੁਏਟ ਕੁਆਂਟੀਟੀ 'ਚ ਘਿਓ ਲੈਂਦੇ ਰਹਿਣ ਤਾਂ ਉਹ ਕੋਈ ਵੀ ਵੇਸਟ ਮਟੀਰੀਅਲ ਆਂਤਾਂ 'ਚ ਚਿਪਕਦਾ ਨਹੀਂ ਹੈਗਾ, ਜਿਹਦੇ ਕਾਰਨ ਕੋਈ ਕਬਜ਼ ਦੀ ਸਮੱਸਿਆ ਜਾਂ ਕੋਈ ਪਾਚਕ ਕਿਰਿਆ ਜਿਹੜੀ ਹੈਗੀ ਕਿਸੇ ਤਰ੍ਹਾਂ ਦੀ ਕੋਈ ਬਾਧਾ ਨਹੀਂ ਆਉਂਦੀ। ਹੁਣ ਆਪਾਂ ਇਸ ਤੋਂ ਅੱਗੇ ਵਧੀਏ ਤਾਂ ਜ਼ਿਆਦਾਤਰ ਪ੍ਰੋਬਲਮ ਜਿਹੜੇ ਟੀਨਏਜਰਸ ਜਾਂ ਜਿਹੜੇ ਤੁਸੀਂ ਦੱਸਿਆ ਕਿ ਜਿਮ ਜਾਣੇ ਵਾਲੇ ਜਿਹੜੇ ਹੈਗੇ ਬੱਚੇ, ਉਹਨਾਂ 'ਚ ਹੀ ਹੋ ਰਹੀ ਹੈ। ਜਿਮ ਜਾਣੇ ਵਾਲੇ ਬੱਚਿਆਂ 'ਚ ਵੀ ਇੱਕ ਹੀ ਪ੍ਰੋਬਲਮ ਸਭ ਤੋਂ ਜ਼ਿਆਦਾ ਹੈਗੀ ਕਿ ਉਹ ਵਿਦਆਊਟ ਐਨੀ ਇੰਸਟਰਕਸ਼ਨਸ, ਕੋਈ ਕੋਚ ਜਾਂ ਕੋਈ ਟ੍ਰੇਨਰ ਨਹੀਂ ਹੁੰਦਾ, ਔਰ ਉਹ ਇੱਕਦਮ ਜੋਸ਼ 'ਚ ਆ ਕੇ ਕਿ ਮੈਂ ਬਹੁਤ ਛੇਤੀ ਆਪਣੀ ਬਾਡੀ ਨੂੰ ਬਿਲਡ ਕਰਾਂ, ਉਸ ਦੇ ਚੱਕਰ 'ਚ ਉਹ ਬਹੁਤ ਜਲਦੀ ਜਿਹੜਾ ਹੈਗਾ ਉਹ ਵੇਟ ਲਿਫਟਿੰਗ ਕਰਨਾ, ਬਹੁਤ ਭਾਰੀ ਚੀਜ਼ਾਂ ਚੱਕਣਾ ਸ਼ੁਰੂ ਕਰ ਦਿੰਦੇ ਹੈਗੇ। ਉਹਦੇ ਕਾਰਨ ਉਹਨਾਂ ਨੂੰ ਜ਼ਿਆਦਾਤਰ ਸਮੱਸਿਆ ਚੁੱਕ ਪੈ ਜਾਂਦੀ ਹੈਗੀ, ਜਾਂ ਕਾਫੀ ਪੇਸ਼ੈਂਟਸ ਨੂੰ ਸਪੌਂਡਲਾਈਟਿਸ ਕ੍ਰੀਏਟ ਹੋ ਜਾਂਦਾ। ਉਹਦੇ 'ਚ ਕੀ ਹੁੰਦਾ, ਉਹ ਸਪੈਸੀਫਿਕ ਇੱਕ ਰੀੜ੍ਹ ਦੀ ਹੱਡੀ ਦਾ ਗਠੀਆ ਹੋ ਜਾਂਦਾ, ਜਿਹਦੇ 'ਤੇ ਅੰਦਰ ਹੱਡੀਆਂ ਦੇ ਵਿੱਚ ਜਿਹੜੀ ਹੈਗੀ ਸੋਜ ਆਉਣਾ ਸ਼ੁਰੂ ਹੋ ਜਾਂਦੀ ਹੈ, ਇਰੈਗੂਲਰ ਕੈਲਸ਼ੀਅਮ ਦੀ ਗਰੋਥ ਆਉਣਾ ਸ਼ੁਰੂ ਹੋ ਜਾਂਦੀ ਹੈ, ਕੈਲਸੀਫਿਕੇਸ਼ਨ ਸ਼ੁਰੂ ਹੋ ਜਾਂਦੀ ਹੈ, ਜਿਹਦੇ ਨਾਲ ਮੂਵਮੈਂਟ ਸਾਰੇ ਰਿਸਟ੍ਰਿਕਟਡ ਹੋ ਜਾਂਦੇ ਨੇ। ਮਤਲਬ ਜਿਵੇਂ ਆਪਾਂ ਗਰਦਨ ਵੀ ਇੱਧਰ ਦਾएं ਬਾएं ਮੋੜ ਨਹੀਂ ਸਕਦੇ, ਉਹ ਬਿਲਕੁਲ ਸਟਿਫ ਹੋ ਜਾਂਦੇ ਨੇ। ਇੱਕ ਉਹ ਸਪੈਸੀਫਿਕ ਇੱਕ ਗਠੀਆ ਜਿਹੜਾ ਹੈਗਾ ਕਾਫੀ ਮਰੀਜ਼ਾਂ ਨੂੰ ਉਹ ਸ਼ੁਰੂ ਹੋ ਜਾਂਦਾ ਹੈ। ਸਲਿਪ ਡਿਸਕ ਦੀ ਪ੍ਰੋਬਲਮ ਹੁੰਦੀ ਹੈਗੀ, ਜਿਵੇਂ ਅਚਾਨਕ ਆਪਾਂ ਗਏ ਫਟਾਫਟ ਕੋਈ ਭਾਰ ਚੱਕ ਲਿਆ, ਇੱਕਦਮ ਜਿਹੜਾ ਭਾਰ ਬਿਲਕੁਲ ਵੇਟ ਲਿਫਟਿੰਗ ਕਰ ਲਈ ਵਿਦਆਊਟ ਐਨੀ ਇੰਸਟਰਕਸ਼ਨਸ, ਉਹ ਇੱਕ ਰੂਟ ਕਾਜ਼ ਬਣ ਜਾਂਦਾ ਹੈ। ਜਿਨ੍ਹਾਂ ਬੱਚਿਆਂ ਨੂੰ ਜਾਂ ਜਿਨ੍ਹਾਂ ਯੰਗਸਟਰਸ ਜਾਂ ਟੀਨਏਜਰਸ ਨੂੰ ਜਾਂ ਬਜ਼ੁਰਗਾਂ ਨੂੰ ਕਾਫੀ ਲੰਬੇ ਸਮੇਂ ਤੱਕ ਕਮਰ ਦੀ ਦਰਦ ਰਹਿੰਦੀ ਹੈ, ਥੋੜ੍ਹੀ ਦਰਦ ਰਹਿ ਰਹੀ ਹੈ, ਲੇਕਿਨ ਉਹਦੀ ਪਰਵਾਹ ਨਹੀਂ ਕਰਦੇ, ਉਹਦਾ ਪ੍ਰੋਪਰਲੀ ਉਪਚਾਰ ਨਹੀਂ ਕਰਾਉਂਦੇ, ਅਤੇ ਉਹਦੇ ਨਾਲ ਕੀ ਹੁੰਦਾ ਹੈਗਾ, ਉਹ ਸਾਰੀ ਪੇਨ ਜਿਹੜੀ ਹੈਗੀ ਲੌਂਗ ਟਰਮ 'ਚ ਰੇਡੀਏਟ ਹੋਣਾ ਸ਼ੁਰੂ ਹੋ ਜਾਂਦੀ ਲੱਤਾਂ 'ਚ ਜਾਂ ਪੈਰਾਂ ਦੀਆਂ ਉਂਗਲੀਆਂ ਸੁੰਨ ਹੋਣਾ ਸ਼ੁਰੂ ਹੋ ਜਾਂਦੀਆਂ ਨੇ, ਜਾਂ ਚੂਲੇ 'ਚ ਦਰਦ ਰਹਿੰਦੀ ਹੈ, ਜਾਂ ਇੱਕ ਲੱਤ 'ਚ ਦਰਦ ਚਲੀ ਜਾਂਦੀ ਹੈਗੀ। ਔਰ ਜੋ ਆਪਾਂ ਬਹੁਤ ਹੀ ਐਡਵਾਂਸ ਸਟੇਜ ਦੀ ਗੱਲ ਕਰੀਏ ਤਾਂ ਕਈ ਵਾਰੀ ਪੇਸ਼ੈਂਟ ਬੈੱਡ ਰਿਡਨ ਹੋ ਜਾਂਦੇ ਨੇ, ਨਿਊਰੋਲੋਜੀਕਲ ਡਿਸਆਰਡਰਸ 'ਚ ਕਨਵਰਟ ਹੋ ਜਾਂਦੀ ਹੈ, ਉੱਦਾਂ ਦੇ ਪੇਸ਼ੈਂਟ ਟੋਟਲ ਬੈੱਡ 'ਤੇ ਆ ਜਾਂਦੇ ਨੇ। ਅਤੇ ਰੀੜ੍ਹ ਦੀ ਹੱਡੀ ਨੂੰ ਮੈਂ ਇਹੀ ਕਹੂੰਗੀ ਕਿ ਇਹ ਬਿਲਕੁਲ ਤੁਸੀਂ ਇਸ ਚੀਜ਼ ਨੂੰ ਆਮ ਸਮੱਸਿਆ ਕਦੇ ਵੀ ਨਾ ਸਮਝੋ। ਇਸ ਚੀਜ਼ ਨੂੰ ਖਾਣ ਪੀਣ ਦੇ ਨਾਲ ਜਿੰਨਾ ਕਰੀ ਹੋ ਸਕਦਾ ਆਪਣਾ ਖਾਣਾ ਪੀਣਾ ਚੇਂਜ ਕਰੋ, ਬੱਚਿਆਂ ਨੂੰ ਵੀ ਥੋੜ੍ਹਾ ਗਾਈਡ ਕਰੋ, ਔਰ ਜੇ ਉਹ ਸਮੱਸਿਆ ਸਟਾਰਟ ਵੀ ਹੋ ਜਾਏ ਤਾਂ ਇਹਦੇ ਲਈ ਉਪਚਾਰ ਬਹੁਤ ਜ਼ਰੂਰੀ ਹੈ। ਇਹਨੂੰ ਆਮ ਸਮੱਸਿਆ ਸਮਝ ਕੇ ਤੁਸੀਂ ਅੰਡਰ ਐਸਟੀਮੇਟ ਨਾ ਕਰੋ। ਲਾਈਕ ਜਿਹੜੇ ਮੇਰੇ ਦੋਸਤ ਨੇ ਜਾਂ ਦਰਸ਼ਕ ਦੇਖਣ ਵਾਲੇ ਆ, ਜਿਹੜੇ ਹਮੇਸ਼ਾ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਆ ਜਾਂ ਸੈਲਫੀਆਂ ਪਾਉਂਦੇ ਆ, ਜਿਮ ਜਾ ਕੇ ਡੇਲੀ ਸਨੈਪਚੈਟ ਪਾਉਂਦੇ ਆ, ਉਹਨਾਂ ਲਈ ਬੜੇ ਵਧੀਆ ਜਵਾਬ ਦਿੱਤਾ ਆ ਤੁਸੀਂ। ਅੱਜ ਅਸੀਂ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪੀਟਲ ਦੇ ਵਿੱਚ ਆ, ਤੁਸੀਂ ਜਿਮ ਜ਼ਰੂਰ ਜਾਓ, ਤੁਸੀਂ ਆਪਣੇ ਵਧੀਆ ਕੋਚ ਰਾਹੀਂ ਵੀ ਐਕਸਰਸਾਈਜ਼ ਕਰੋ, ਪ੍ਰੋਟੀਨ ਵੀ ਖਾਓ, ਪਰ ਜਿਹੜੀ ਤੁਸੀਂ ਮੈਡਮ ਨੇ, ਡਾਕਟਰ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਤੁਸੀਂ ਕਿਸ ਤਰ੍ਹਾਂ ਐਕਸਰਸਾਈਜ਼ ਲਾਉਣੀ ਆ, ਬੜੀ ਜ਼ਰੂਰੀ ਹੈ। ਇੱਕ ਵਾਰ ਜ਼ਰੂਰ ਜੇ ਸਵਾਲ ਸੁਣ ਲਿਆ, ਨਹੀਂ ਦੁਬਾਰਾ ਸਵਾਲ ਜ਼ਰੂਰ ਸੁਣ ਲਿਓ, ਇੱਕ ਵਾਰ ਜਵਾਬ ਸੁਣ ਲਿਓ, ਅਤੇ ਨਾਲ ਦੀ ਨਾਲ ਤੁਸੀਂ ਜਿਹੜਾ ਦੱਸਣ ਜਾ ਰਹੇ ਹੋ ਕਿ ਮੇਨ ਕਾਜ਼ ਤੁਸੀਂ ਦੱਸਦੇ ਤਾਂ ਉਪਚਾਰ ਕੀ ਹੈ। ਜੇ ਤਾਂ ਆਪਾਂ ਉਪਚਾਰ ਦੀ ਗੱਲ ਕਰੀਏ, ਜੇ ਮੰਨ ਲਓ ਤੁਹਾਨੂੰ ਸਲਿਪ ਡਿਸਕ ਦੀ ਪ੍ਰੋਬਲਮ ਹੋ ਗਈ ਹੈ, ਤਾਂ ਦੇਖੋ ਇਹ ਜਿਹਨੂੰ ਆਪਾਂ ਆਮ ਭਾਸ਼ਾ 'ਚ ਚੁੱਕ ਪੈਣਾ ਕਹਿ ਦਿੰਦੇ ਸੀ, ਪੁਰਾਣੇ ਜ਼ਮਾਨੇ 'ਚ ਵੀ ਇਹ ਚੀਜ਼ ਬਹੁਤ ਜ਼ਿਆਦਾ ਹੁੰਦੀ ਸੀ। ਅਤੇ ਉਸ ਟਾਈਮ ਕੀ ਕਰਦੇ ਸੀ, ਉਸ ਟਾਈਮ ਸੁੰਡ ਦਾ ਹਲਵਾ ਬਣਾਉਂਦੇ ਸੀ, ਠੀਕ ਹੈ, ਸੋ ਦੈਟ ਕਿ ਜਿੰਨਾ ਵੀ ਇਹ ਬਾਤ ਦੀ ਸਮੱਸਿਆ ਹੈ ਬੇਸਿਕਲੀ, ਔਰ ਸੁੰਡ ਗਰਮ ਹੁੰਦੀ ਹੈਗੀ, ਔਰ ਘਿਓ ਸਾਰੇ ਤੋਂ ਵੱਡਾ ਬਾਦਸ਼ਾਹਮਕ ਹੈਗਾ, ਠੀਕ ਹੈ, ਉਹ ਬਾਤ ਨੂੰ ਬਿਲਕੁਲ ਬਾਡੀ ਦੇ ਵਿੱਚ ਜਿਹੜਾ ਹੈਗਾ ਬੈਨਿਸ਼ ਕਰ ਦਿੰਦਾ, ਤਾਂ ਉਹ ਐਜ਼ ਅ ਲੂਬਰੀਕੈਂਟ ਕੰਮ ਕਰਦਾ ਸੀ। ਉਸ ਟਾਈਮ 'ਚ 2-4 ਦਿਨ ਜਾਂ ਹਫ਼ਤਾ ਲਗਾਤਾਰ ਸੌਂਠ ਦਾ ਹਲਵਾ ਜਿਹੜਾ ਹੈਗਾ ਆਪਾਂ ਬਣਾਉਣੇ 'ਚ ਜਾਂ ਪੀਣੇ 'ਚ ਦਿੰਦੇ ਸੀ। ਦੂਜਾ, ਹਲਦੀ ਵਾਲਾ ਦੁੱਧ ਆਪਾਂ ਕਹਿੰਦੇ ਸੀ ਉਸ ਟਾਈਮ 'ਚ ਕਿ ਇਹ ਚੀਜ਼ ਜਿਹੜੀ ਹੈਗੀ ਤੁਸੀਂ ਕਰਨੀ ਹੈ। ਹੁਣ ਕੁਛ ਚੀਜ਼ਾਂ ਨਾਲ ਅਵੋਇਡ ਕਰਨੇ ਵਾਲੀਆਂ ਵੀ ਹੈਗੀਆਂ। ਅਵੋਇਡ ਕਰਨੇ ਵਾਲਾ ਕੀ ਹੈਗਾ, ਜੇ ਤੁਹਾਨੂੰ ਇੱਦਾਂ ਦੀ ਕੋਈ ਸਮੱਸਿਆ ਹੈਗੀ ਤਾਂ ਤੁਹਾਨੂੰ
ਦਹੀਂ ਅਵੋਇਡ ਕਰਨਾ ਪਏਗਾ ਇਮੀਡੀਏਟਲੀ, ਬਿਲਕੁਲ ਸਟਾਪ ਕਰਨਾ ਪਏਗਾ। ਜੇ ਤੁਸੀਂ ਖਾਓਗੇ ਨਾਲ ਹੀ ਦਰਦ ਵੱਧ ਜਾਏਗੀ, ਠੀਕ ਹੈ। ਦੂਜਾ, ਬਹੁਤ ਜ਼ਿਆਦਾ ਹੈਵੀ ਦਾਲਾਂ ਜਿਵੇਂ ਕਾਲੇ ਚਨੇ ਕਹਿ ਦਿੰਦੇ ਆ, ਚਿੱਟੇ ਚਨੇ, ਮਟਰ ਜਾਂ ਸਾਰੀਆਂ ਹੀ ਦਾਲਾਂ ਇੱਕ ਥੋੜ੍ਹੇ ਸਮੇਂ ਲਈ 15 ਦਿਨ 1 ਮਹੀਨਾ ਜੇ ਤੁਸੀਂ ਬੰਦ ਕਰੋਗੇ ਤਾਂ ਤੁਹਾਡੇ ਸਰੀਰ ਦੇ ਅੰਦਰ ਬਾਥ ਇੰਬੈਲੈਂਸ ਬਿਲਕੁਲ ਨਹੀਂ ਹੋਏਗਾ, ਬਾਡੀ ਇੰਟਰਨਲੀ ਪੂਰੀ ਰਿਲੈਕਸ ਹੋ ਜਾਏਗੀ। ਪਹਿਲਾਂ ਦੇਖੋ ਸਿਸਟਮ ਸਮਝਣਾ ਪਏਗਾ ਕਿ ਆਪਣਾ ਸਰੀਰ ਕੰਮ ਕਿਵੇਂ ਕਰਦਾ ਹੈਗਾ। ਜਦੋਂ ਕੋਈ ਪਸ਼ੂ ਜਾਂ ਜਾਨਵਰ ਬਿਮਾਰ ਪੈ ਜਾਂਦੇ ਨੇ ਤਾਂ ਉਹ ਖਾਣਾ ਪੀਣਾ ਛੱਡ ਦਿੰਦੇ ਨੇ ਥੋੜ੍ਹੇ ਦਿਨਾਂ ਲਈ, ਤਾਂ ਉਹਦੇ ਨਾਲ ਕੀ ਹੁੰਦਾ ਹੈ, ਹੀਲ ਆਪਣੀ ਬਾਡੀ ਅੰਦਰੋਂ ਆਪਣੇ ਆਪ ਹੀ ਹੁੰਦੀ ਹੈਗੀ, ਆਪਣੇ ਆਪ ਹੀ ਠੀਕ ਹੁੰਦੀ ਹੈ। ਲੇਕਿਨ ਉਹ ਉਦੋਂ ਹੋਏਗੀ ਜਦੋਂ ਉਹਨੂੰ ਖਾਣਾ ਸਰੀਰ ਦੇ ਅੰਦਰ ਜਿਹੜਾ ਵੀ ਪਿਆ ਹੋਇਆ ਉਹਨੂੰ ਪਚਾਉਣਾ ਨਹੀਂ ਪਏਗਾ, ਉਹ ਇੱਕ ਤਰ੍ਹਾਂ ਤੋਂ ਵਿਹਲੀ ਹੋ ਜਾਏਗੀ, ਫ੍ਰੀ ਹੋ ਜਾਏਗੀ। ਫਿਰ ਅੰਦਰ ਜਿੰਨੇ ਵੀ ਆਪਾਂ ਕਹਿ ਦਈਏ ਕਿ ਟੀਅਰ ਹੋਇਆ, ਮਸਲ ਫਟ ਗਿਆ, ਘਾਵ ਆਇਆ, ਖਿੱਚ ਪੈ ਗਈ, ਚੁੱਕ ਪੈ ਗਈ, ਉਹ ਸਾਰੀਆਂ ਚੀਜ਼ਾਂ ਨੈਚੁਰਲੀ ਜਿਹੜੀਆਂ ਹੈਗੀਆਂ ਰਿਪੇਅਰ ਮੰਗਦੀਆਂ ਹੈਗੀਆਂ। ਉਹ ਫਿਰ ਜਦੋਂ ਆਪਣੀ ਜਿਹੜੀ ਪ੍ਰਾਣਿਕ ਐਨਰਜੀ ਹੈਗੀ, ਹੀਲਿੰਗ ਸਿਸਟਮ ਹੈਗਾ ਉਹ ਫ੍ਰੀ ਹੁੰਦਾ ਤਾਂ ਬਾਡੀ ਆਪਣੇ ਆਪ ਉਸ ਚੀਜ਼ਾਂ ਨੂੰ, ਜ਼ਖਮਾਂ ਨੂੰ ਭਰਨਾ ਸ਼ੁਰੂ ਕਰ ਦਿੰਦੀ ਆ। ਹੁਣ ਜਿਵੇਂ ਕਿਸੇ ਦੀ ਹੱਡੀ ਟੁੱਟ ਜਾਂਦੀ ਹੈ, ਕਰੈਕਸ ਆ ਜਾਂਦਾ ਜਾਂ ਫ੍ਰੈਕਚਰ ਹੋ ਜਾਂਦਾ, ਤੁਹਾਨੂੰ ਕੀ ਲੱਗਦਾ ਕਿ ਉਹ ਦਵਾਈਆਂ ਨਾਲ ਠੀਕ ਹੁੰਦਾ? ਨਹੀਂ, ਉਹਦੇ 'ਚ ਦਵਾਈਆਂ ਨਹੀਂ ਦਿੱਤੀਆਂ ਜਾਂਦੀਆਂ ਜ਼ਿਆਦਾ, ਉਹਦੇ 'ਚ ਸਿਰਫ ਪਲਾਸਟਰ ਲਗਾਇਆ ਜਾਂਦਾ ਹੈ। ਬਾਡੀ ਉਹਨੂੰ ਆਪਣੇ ਆਪ ਠੀਕ ਕਰਦੀ ਹੈ, ਇੰਟਰਨਲ ਹੀਲਿੰਗ ਆਪਣੇ ਆਪ ਹੁੰਦੀ ਹੈਗੀ। ਪਲਾਸਟਰ ਦਾ ਮਤਲਬ ਸਿਰਫ ਇਹ ਹੈ ਕਿ ਉਸ ਚੀਜ਼ ਨੂੰ ਆਪਾਂ ਇੱਕ ਸਟੇਬਲ ਫਾਰਮ 'ਚ ਰੱਖ ਦਿੰਦੇ ਹਾਂ ਸੋ ਦੈਟ ਉਹਦੇ 'ਚ ਕੋਈ ਜਰਕ ਵਗੈਰਾ ਨਹੀਂ ਲੱਗੇਗਾ। ਇਸ ਕਰਕੇ ਸਰੀਰ ਆਪਣੇ ਆਪ ਇਹਨਾਂ ਚੀਜ਼ਾਂ ਨੂੰ ਠੀਕ ਕਰਦਾ ਹੈ। ਆਯੁਰਵੇਦਿਕ ਬਹੁਤ ਹੀ ਅੱਛੀ ਪੈਥੀ ਹੈ ਜਿਹੜੀ ਸਾਰਿਆਂ ਲਈ ਸੇਫ ਹੈਗੀ, ਬੱਚਿਆਂ ਲਈ, ਵੱਡਿਆਂ ਲਈ ਜਾਂ ਫਿਰ ਬਜ਼ੁਰਗਾਂ ਲਈ। ਤੁਹਾਨੂੰ ਜਦੋਂ ਵੀ ਇੱਦਾਂ ਦੀ ਪ੍ਰੋਬਲਮ ਆ ਜਾਂਦੀ ਹੈ, ਕਮਰ 'ਚ ਦਰਦ ਬਹੁਤ ਜ਼ਿਆਦਾ, ਸਾਰਿਆਂ ਤੋਂ ਵਧੀਆ ਟ੍ਰੀਟਮੈਂਟ ਤੁਸੀਂ ਗਰਮ ਪਾਣੀ 'ਚ ਫਟਕਰੀ ਜਾਂ ਨਮਕ ਪਾ ਕੇ ਸੇਕ ਦਿਓ ਉਸ ਪਰਟੀਕੂਲਰ ਏਰੀਏ 'ਚ, ਉਧਰ ਦੇ ਮਸਲਸ ਜਿਹੜੇ ਹੈਗੇ ਪੂਰੇ ਰਿਲੈਕਸ ਹੋ ਜਾਣਗੇ, ਤੁਹਾਨੂੰ ਇਨਫਲਾਮੇਸ਼ਨ ਵੀ ਬਿਲਕੁਲ ਘਟ ਜਾਏਗੀ ਔਰ ਦਰਦ ਵੀ ਠੀਕ ਹੋ ਜਾਏਗੀ। ਤੁਸੀਂ ਹਲਦੀ ਦਾ ਉਪਯੋਗ ਕਰੋ, ਤੁਸੀਂ ਅਦਰਕ ਦਾ ਉਪਯੋਗ ਕਰ ਸਕਦੇ ਹੋ, ਗਾਰਲਿਕ ਲਸਣ ਦਾ ਉਪਯੋਗ ਕਰ ਸਕਦੇ ਹੋ, ਘਿਓ ਖਾ ਸਕਦੇ ਹੋ, ਹਲਵਾ ਬਣਾ ਕੇ ਖਾ ਸਕਦੇ ਹੋ, ਸੂਪ ਲੈ ਸਕਦੇ ਹੋ ਗਰਮ। ਤੁਸੀਂ ਕਦੇ ਇੱਕ ਚੀਜ਼ ਇਹ ਵੀ ਸੁਣੀ ਹੋਣੀ ਕਿ ਜਿਨ੍ਹਾਂ ਦੀਆਂ ਹੱਡੀਆਂ ਟੁੱਟ ਜਾਂਦੀਆਂ ਸੀ ਪੁਰਾਣੇ ਟਾਈਮ 'ਚ, ਉਹਨਾਂ ਨੂੰ ਆਪਾਂ ਕਹਿ ਦਿੰਦੇ ਸੀ ਕਿ ਤੁਸੀਂ ਸੂਪ ਪੀ ਲਓ ਖਰੋੜਿਆਂ ਦਾ ਜਾਂ ਕੁਛ ਇੱਦਾਂ ਦਾ ਸੂਪ ਪੀ ਲਓ। ਉਹ ਚੀਜ਼ਾਂ ਇਸ ਕਰਕੇ ਕਿਉਂਕਿ ਇਸ ਸਥਿਤੀ 'ਚ ਬਾਡੀ ਨੂੰ ਗਰਮ ਚੀਜ਼ਾਂ ਹੀ ਚਾਹੀਦੀਆਂ ਜਿਹੜੀ ਜੇ ਤੁਹਾਨੂੰ ਪੇਨ ਤੋਂ ਰਾਹਤ ਦੇਣ। ਲਾਈਕ ਅੱਜ ਕੱਲ੍ਹ ਦੀਆਂ ਜਿਹੜੀਆਂ ਮਾਵਾਂ ਜਾਂ ਫੈਮਲੀਜ਼ ਹੈਗੀਆਂ ਮਾਡਰਨ ਹੋ ਗਈਆਂ ਵਾ, ਤੁਸੀਂ ਜਿਹੜੇ ਜਵਾਬ ਦਿੱਤੇ ਆ ਨਾ, ਕਈ ਵਾਰ ਉਹ ਕਹਿੰਦੇ ਲਿਖਣੇ ਵੀ ਔਖੇ ਹੋ ਜਾਣਗੇ, ਸਮਝਣੇ ਤਾਂ ਕਈ ਵਾਰ ਮੁਸ਼ਕਿਲ ਆ। ਇੱਥੇ ਮਰੀਜ਼ ਆਉਂਦੇ ਹੋਣਗੇ, ਤੁਸੀਂ ਮਰੀਜ਼ਾਂ ਦੇ ਨਾਲ ਉਸ ਫੈਮਲੀਜ਼ ਨੂੰ ਜਿਹੜੇ ਦਰਸ਼ਕ ਦੇਖਦੇ ਪਏ ਆ, ਕਿਉਂਕਿ ਅਸੀਂ ਜੇ ਲਿਖਾਂਗੇ ਇਹਨਾਂ ਚੀਜ਼ਾਂ ਨੂੰ ਤਾਂ ਉਹਨਾਂ ਨੂੰ ਸਮਝਣਾ ਔਖਾ ਹੋ ਜਾਵੇਗਾ। ਦੂਸਰੀ ਗੱਲ ਐਲੋਪੈਥੀ ਦੀ ਕਰ ਲੈਣਾ ਜਾਂ ਦੂਸਰੀ ਮੈਡੀਸਨ ਦੀ ਗੱਲ ਕਰ ਲੈਣੇ, ਆਯੁਰਵੇਦਾ ਕਿਵੇਂ ਕਾਮਯਾਬ ਆ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਐਜ਼ ਏ ਮੈਡੀਸਨ ਨਾ ਖਾਈਏ। ਕਹਿੰਦੇ ਕਿ ਇੱਕ ਜਿਵੇਂ ਅਸੀਂ ਡੇਲੀ ਆਪਣਾ ਕੋਈ ਚੂਰਨ ਬਣਾ ਕੇ ਖਾ ਸਕਦੇ ਹਾਂ, ਜਾਂ ਅਸੀਂ ਸਰਦੀਆਂ ਦੇ ਵਿੱਚ ਕਹਿੰਦੇ ਆਪਣੇ ਪਿੰਨੀਆਂ ਬਣਾ ਲੈਂਦੇ ਹਾਂ, ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ। ਬਿਲਕੁਲ, ਜਦੋਂ ਸਰਦੀਆਂ ਦਾ ਟਾਈਮ ਆਉਂਦਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ 2 ਮਹੀਨੇ 3 ਮਹੀਨੇ ਸਿਰਫ ਅਲਸੀ ਦਾ ਤੇਲ ਉਪਯੋਗ ਕਰ ਲਓ, ਤੁਹਾਨੂੰ ਸਾਰਾ ਸਾਲ ਕੋਈ ਜੋੜਾਂ 'ਚ ਦਰਦ ਜਾਂ ਹੱਡੀਆਂ ਦੇ ਕੋਈ ਰੋਗ ਨਹੀਂ ਹੋਣਗੇ, ਕਿਉਂਕਿ ਉਹ ਸਪੈਸੀਫਿਕ ਟਾਈਮ ਹੈ। ਅਲਸੀ ਥੋੜ੍ਹੀ ਜਿਹੀ ਗਰਮ ਹੁੰਦੀ ਹੈਗੀ, ਉਹਦੇ ਨਾਲ ਕੀ ਹੁੰਦਾ ਕਿ ਸਰੀਰ 'ਚ ਕਿਤੇ ਵੀ ਤੁਹਾਨੂੰ ਕੋਲੈਸਟਰੋਲ ਨਹੀਂ ਬਣੇਗਾ ਔਰ ਬਾਡੀ ਜਿਹੜੀ ਹੈਗੀ ਇੰਟਰਨਲੀ ਲੁਬਰੀਕੇਟ ਹੋ ਜਾਏਗੀ, ਤੁਹਾਨੂੰ ਕੋਈ ਠੰਡ ਨਾਲ ਕੋਈ ਪਰੇਸ਼ਾਨੀ ਨਹੀਂ ਆਏਗੀ। ਇੱਕ ਤੁਸੀਂ ਉਹ ਚੀਜ਼ ਕਰ ਸਕਦੇ ਹੋ। ਪਿੰਨੀਆਂ ਜਦੋਂ ਆਪਾਂ ਬਣਾਉਂਦੇ ਹੈਗੇ, ਮੈਥੀ ਪਾ ਲਓ ਉਹਨਾਂ 'ਚ ਜ਼ਰੂਰ, ਬਾਕੀ ਸੌਂਠ ਪਾ ਲਓ ਥੋੜ੍ਹੀ ਜਿਹੀ, ਜਿਵੇਂ ਆਪਾਂ ਕਹਿ ਦਈਏ ਕਿ ਹਲਦੀ ਪਾ ਲਓ, ਇੱਦਾਂ ਦੀਆਂ ਚੀਜ਼ਾਂ, ਬਾਕੀ ਡਰਾਈ ਫਰੂਟ ਪਾ ਕੇ ਉਹ ਤੁਸੀਂ ਪਿੰਨੀਆਂ ਬਣਾ ਸਕਦੇ ਹੋ, ਉਹ ਤੁਸੀਂ ਉਪਯੋਗ ਚੀਜ਼ ਜ਼ਰੂਰ ਕਰ ਸਕਦੇ ਹੋ। ਸਰਦੀਆਂ ਦੇ ਟਾਈਮ 'ਚ ਜ਼ਿਆਦਾਤਰ ਸਪੈਸੀਫਿਕ ਇੱਕ ਚੀਜ਼ ਆਉਂਦੀ ਹੈ ਚਮਨਪ੍ਰਾਸ਼, ਜਿਵੇਂ ਗੋਲਡ ਪਾ ਕੇ ਜਿਹੜੀ ਬਣੀ ਹੁੰਦੀ ਹੈ, ਚਾਂਦੀ ਵਾਲਾ ਨਹੀਂ ਗੋਲਡ ਵਾਲਾ। ਸਰਦੀਆਂ ਦਾ ਜਦੋਂ ਵੀ ਸਮੇਂ ਆਏਗਾ ਉਹ ਤੁਸੀਂ ਗੋਲਡ ਪ੍ਰੈਪਰੇਸ਼ਨ ਕੋਈ ਵੀ ਅਬਲੇ ਜਾਂ ਚਮਨਪ੍ਰਾਸ਼ ਕੋਈ ਤੁਸੀਂ ਯੂਜ਼ ਕਰ ਸਕਦੇ ਹੋ। ਇਹ ਚੀਜ਼ਾਂ ਬਹੁਤ ਇਫੈਕਟਿਵ ਹੈਗੀਆਂ। ਜੇ ਕਿਸੇ ਨੂੰ ਵੀ ਬੈਕ ਪੇਨ ਦੀ ਪ੍ਰੋਬਲਮ ਹੈ, ਜੋੜਾਂ 'ਚ ਦਰਦ ਹੈ, ਹੱਡੀਆਂ ਤੋਂ ਰਿਲੇਟਡ ਚੀਜ਼ਾਂ ਨੇ, ਸਰਦੀਆਂ ਦੇ ਟਾਈਮ 'ਚ ਤਿਲ ਜਿਹੜੇ ਹੈਗੇ ਕਾਫੀ ਖਾਣੇ ਚਾਹੀਦੇ, ਤਾਂ ਹੀ ਆਪਣੇ ਇੱਧਰ ਲੋਹੜੀ ਸੈਲੀਬ੍ਰੇਟ ਕਰਨੇ ਦਾ ਵੀ ਇਸੇ ਕਰਕੇ ਟ੍ਰੈਂਡ ਬਣਿਆ, ਕਿਉਂਕਿ ਇਹ ਸਪੈਸੀਫਿਕ ਟਾਈਮ ਹੈ। ਜਦੋਂ ਤੁਸੀਂ ਇੱਦਾਂ ਦੀਆਂ ਚੀਜ਼ਾਂ ਖਾਓਗੇ ਨਾ, ਤੁਹਾਨੂੰ ਬਾਤ ਨਹੀਂ ਹਾਵੀ ਨਹੀਂ ਹੋਏਗਾ ਔਰ ਕੋਈ ਵੀ ਪੇਨ ਰਿਲੇਟਡ ਡਿਸਆਰਡਰਸ ਨਹੀਂ ਹੋਣਗੇ, ਕਿਉਂਕਿ ਜਿੰਨੀਆਂ ਵੀ ਹੱਡੀਆਂ ਦੀਆਂ ਤਕਲੀਫਾਂ, ਜੋੜਾਂ ਦੀਆਂ ਤਕਲੀਫਾਂ ਸਰਦੀਆਂ ਦੇ ਟਾਈਮ 'ਚ ਵੱਧ ਜਾਂਦੀਆਂ ਨੇ। ਉਸ ਟਾਈਮ ਤੁਸੀਂ ਗੱਚਕ ਖਾਓ, ਗੁੜ ਬਹੁਤ ਵਧੀਆ ਤੁਹਾਡੇ ਲਈ। ਗੁੜ ਦੇ ਤੁਸੀਂ ਲੱਡੂ ਬਣਾ ਲਓ, ਤਿਲਾਂ ਦੇ ਲੱਡੂ ਬਣਾ ਲਓ, ਤਿਲ ਤੁਸੀਂ ਉੱਦਾਂ ਹੀ ਯੂਜ਼ ਕਰ ਲਓ ਜਾਂ ਤਿਲਾਂ ਦਾ ਤੇਲ ਤੁਸੀਂ ਖਾ ਸਕਦੇ ਹੋ, ਜਾਂ ਤੁਸੀਂ ਮੂੰਗਫਲੀ ਦਾ ਉਪਯੋਗ ਕਰ ਲਓ, ਸੌਂਠ ਦਾ ਲੱਡੂ ਬਣਾ ਲਓ, ਸੌਂਠ ਦਾ ਹਲਵਾ ਬਣਾ ਲਓ। ਇੱਦਾਂ ਦੀਆਂ ਚੀਜ਼ਾਂ ਯੂਜ਼ ਕਰੋਗੇ ਤਾਂ ਉਹ ਬਹੁਤ ਜ਼ਿਆਦਾ ਲਾਭਕਾਰੀ ਰਹਿੰਦੀਆਂ ਹੈਗੀਆਂ ਸਰਦੀਆਂ ਦੇ ਟਾਈਮ। ਅੱਛਾ ਮੈਮ, ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਵੱਡੇ ਵੱਡੇ ਹਸਪੀਟਲਸ ਬਣੇ ਹੋਏ ਆ, ਲੋਕ ਆਪਰੇਟ ਕਰਾਉਂਦੇ ਆ, ਬੈਕ ਦਾ ਕਰਵਾ ਲੈਂਦੇ, ਰੀੜ੍ਹ ਦੀ ਹੱਡੀ ਦਾ ਕਰਵਾ ਲੈਂਦੇ, ਉਸ ਤੋਂ ਬਾਅਦ ਵੀ ਉਹ ਚੀਜ਼ਾਂ ਨਹੀਂ ਜਾਂਦੀਆਂ, ਐਲੋਪੈਥੀ ਤੋਂ ਡਰ ਜਾਂਦੇ ਆ, ਹੋਮਿਓਪੈਥੀ ਵੀ ਯੂਜ਼ ਕਰਦੇ ਆ। ਆਯੁਰਵੈਦਾ ਸਭ ਤੋਂ ਪੁਰਾਣੀ ਕਹਿੰਦੇ ਵੀ ਇਹ ਮੈਡੀਸਨ ਵਾ, ਠੀਕ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਅਤੇ ਲੋਕਾਂ ਨੂੰ ਕੀ ਕਹੋ?
ਦੇਖੋ ਜਦੋਂ ਆਪਰੇਟ ਹੈ ਨਾ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਕਰਾਉਣ ਲਈ ਪੇਸ਼ੈਂਟ ਵੀ 100 ਵਾਰੀ ਸੋਚਦਾ ਹੈਗਾ, ਕਿਉਂਕਿ ਕਿਤੇ ਨਾ ਕਿਤੇ ਰਿਸਕ ਇਨਵੋਲਵ ਜ਼ਰੂਰ ਹੁੰਦਾ ਹੈ ਇਦਾਂ ਦੀਆਂ ਸਰਜਰੀਜ਼ 'ਚ। ਜਦੋਂ ਤੁਹਾਨੂੰ ਪਤਾ ਹੈਗਾ, ਤੁਹਾਨੂੰ ਕਿਸੇ ਨੇ ਗਾਈਡ ਕੀਤਾ ਡਾਕਟਰ ਨੇ ਕਿ ਤੁਹਾਨੂੰ ਆਪਰੇਟ ਕਰਾਉਣਾ ਹੀ ਪਏਗਾ, ਮੇਰੇ ਹਿਸਾਬ ਨਾਲ ਤੁਹਾਨੂੰ ਉਦੋਂ 1 ਜਾਂ 2 ਮਹੀਨੇ ਦਾ ਸਮਾਂ ਜ਼ਰੂਰ ਲੈ ਕੇ ਤੁਹਾਨੂੰ ਆਯੁਰਵੇਦ ਜ਼ਰੂਰ ਟਰਾਈ ਕਰਨਾ ਚਾਹੀਦਾ, ਕਿਉਂਕਿ ਆਯੁਰਵੇਦ 'ਚ ਇਹਦੇ ਬਹੁਤ ਅੱਛੇ ਰਿਜ਼ਲਟਸ ਹੈਗੇ। ਕਿਉਂਕਿ ਆਪਣੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੈ, ਜਿਨ੍ਹਾਂ ਨੂੰ ਇਮੀਡੀਏਟ ਸਰਜਰੀ ਰეკਮੈਂਡ ਕੀਤੀ ਹੈ। ਇੱਦਾਂ ਦੇ ਪੇਸ਼ੈਂਟਸ ਵੀ ਆਉਂਦੇ ਨੇ ਜਿਨ੍ਹਾਂ ਨੇ ਆਪਰੇਸ਼ਨ ਵੀ ਕਰਾ ਲਿਆ, ਲੇਕਿਨ ਫਿਰ ਵੀ ਉਹਨਾਂ ਦੀ ਉਹ ਸਮੱਸਿਆ ਕਈ ਵਾਰੀ ਪੂਰਾ ਸਮਾਧਾਨ ਨਹੀਂ ਮਿਲਦਾ, ਉਹਨਾਂ ਨੂੰ ਉਲਟਾ ਕੰਪਲਿਕੇਸ਼ਨਸ ਵੱਧ ਜਾਂਦੀਆਂ। ਤੇ ਇਸ ਸਰਜਰੀ ਦੇ ਬਾਰੇ 'ਚ ਮੈਂ ਜ਼ਰੂਰ ਕਹੂੰਗੀ ਕਿ ਜੇ ਤੁਸੀਂ ਕਦੇ ਵੀ ਮਨ ਵੀ ਬਣਾ ਰਹੇ ਹੋ ਜਾਂ ਤੁਸੀਂ ਸੋਚਦੇ ਹੋ ਜਾਂ ਤੁਸੀਂ ਦੂਜਾ ਵਿਕਲਪ ਲੱਭਣਾ ਚਾਹੁੰਦੇ ਹੋ, ਤਾਂ ਆਯੁਰਵੇਦ ਇਹਦੇ 'ਚ ਬਹੁਤ ਅੱਛੇ ਜਿਹੜੇ ਹੈਗੇ ਟ੍ਰੀਟਮੈਂਟ ਪ੍ਰੋਵਾਈਡ ਕਰਦਾ ਹੈ। ਕਿਉਂਕਿ ਨਾਰਮਲੀ ਮੇਰੇ ਕੋਲ ਹੁਣੀ ਇੱਕ ਕੇਸ ਆਇਆ ਸੀ ਦੁਬਈ ਤੋਂ, ਦੁਬਈ ਕੰਮ ਕਰਦੇ ਸੀ ਤੇ ਉਹ ਜਿਵੇਂ ਵਾਪਸ ਆਏ ਉਹਨਾਂ ਨੂੰ ਬੈਕ ਪੇਨ ਦੀ ਪ੍ਰੋਬਲਮ ਸੀ, ਉਹਨਾਂ ਨੇ ਆਉਂਦੇ ਹੀ ਆਪਰੇਟ ਕਰਾ ਲਿਆ, ਰੀੜ੍ਹ ਦੀ ਹੱਡੀ ਦਾ ਆਪਰੇਟ ਕਰਾਇਆ। ਹਾਲੇ ਉਹਨਾਂ ਦੀ ਏਜ 28 ਇਅਰਸ ਜਾਂ 29 ਏਜ ਦਾ ਲੜਕਾ ਸੀ, ਉਹਨਾਂ ਨੇ ਆਪਰੇਟ ਕਰਾ ਲਿਆ। ਆਪਰੇਟ ਕਰਾਉਣ ਤੋਂ 15 ਦਿਨਾਂ ਦੇ ਬਾਅਦ ਉਹ ਮੇਰੇ ਕੋਲ ਆ ਗਏ। ਹੁਣ ਉਹਨਾਂ ਨੂੰ ਸਾਰਿਆਂ ਤੋਂ ਵੱਡੀ ਕੰਪਲਿਕੇਸ਼ਨ ਇਸ ਟਾਈਮ ਇਹ ਆਈ ਕਿ ਉਹਨਾਂ ਨੂੰ ਯੂਰਿਨ ਦਾ ਜਾਂ ਮੋਸ਼ਨ ਦਾ ਪਤਾ ਹੀ ਨਹੀਂ ਚੱਲ ਰਿਹਾ, ਉਹ ਸੈਂਸਿਸ ਉਹਨਾਂ ਦੀਆਂ ਬਿਲਕੁਲ ਚਲੀਆਂ ਗਈਆਂ, ਡਿਸਅਪੀਅਰ ਹੋ ਗਈਆਂ। ਤਾਂ ਇਸ ਸਰਜਰੀ 'ਚ ਸਪੈਸੀਫਿਕਲੀ ਰਿਸਕ ਹਮੇਸ਼ਾ ਇਨਵੋਲਵ ਰਹਿੰਦੇ ਨੇ। ਹਾਂ, ਜਦੋਂ ਕੋਈ ਪਰਟੀਕੁਲਰ ਐਕਸੀਡੈਂਟਲ ਇੰਜਰੀ ਹੋ ਗਈ, ਬਹੁਤ ਵੱਡੀ ਦੁਰਘਟਨਾ ਹੋ ਗਈ, ਉਦੋਂ ਤਾਂ ਸਮਝ ਵੀ ਆਉਂਦਾ ਹੈ ਕਿ ਹਾਂ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ, ਤੁਹਾਨੂੰ ਉਸ ਟਾਈਮ ਜ਼ਰੂਰ ਇਹ ਚੀਜ਼ ਕੰਸੀਡਰ ਕਰਨੀ ਚਾਹੀਦੀ ਹੈ। ਲੇਕਿਨ ਪੋਸਟ ਸਰਜਰੀ ਜਿਹੜੀਆਂ ਹੈਗੀਆਂ ਕੰਪਲਿਕੇਸ਼ਨਸ ਬਹੁਤ ਹੁੰਦੀਆਂ ਨੇ। ਆਪਾਂ ਹਮੇਸ਼ਾ ਛੇਤੀ ਡਿਸੀਜ਼ਨ ਲੈ ਕੇ ਸੋਚ ਤਾਂ ਲੈਂਦੇ ਨੇ ਕਿ ਚਲੋ ਕਰਾ ਲਈਏ, ਲੇਕਿਨ ਉਸ ਤੋਂ ਬਾਅਦ ਤੁਹਾਡੀ ਲਾਈਫ ਕਾਫੀ ਹੱਦ ਤੱਕ ਕੰਪਰੋਮਾਈਜ਼ਡ ਹੋ ਜਾਂਦੀ ਹੈ। ਤੁਸੀਂ ਕੁਰਸੀ ਤੋਂ ਬਿਨਾਂ ਨੀਚੇ ਬੈਠ ਨਹੀਂ ਸਕਦੇ, ਚੌਕੜੀ ਨਹੀਂ ਲਗਾ ਸਕਦੇ, ਤੁਸੀਂ ਤੇਜ਼ ਭੱਜ ਨਹੀਂ ਸਕਦੇ, ਬਹੁਤ ਛੇਤੀ ਕਿਸੇ ਨੂੰ ਬੱਚਿਆਂ ਨੂੰ ਗੋਦ 'ਚ ਚੱਕ ਕੇ ਉਹਨਾਂ ਨੂੰ ਗੇੜਾ ਨਹੀਂ ਕਢਾ ਸਕਦੇ ਜਾਂ ਖੇਲ ਨਹੀਂ ਸਕਦੇ, ਦੌੜ ਭੱਜ ਨਹੀਂ ਕਰ ਸਕਦੇ। ਇੱਕਦਮ ਜੇ ਤੁਹਾਨੂੰ ਕਿਤੇ ਝਟਕੇ ਨਾਲ ਬੈਠਣਾ ਪੈ ਗਿਆ, ਤੁਹਾਨੂੰ ਦੁਬਾਰਾ ਫਿਰ ਸਮੱਸਿਆ ਆਉਣ ਦੀ ਪ੍ਰੋਬਲਮ ਜਿਹੜੀ ਹੈਗੀ ਇਹ ਫੇਸ ਕਰਨੀ ਪੈਂਦੀ ਹੈ। ਅੱਛਾ, ਇੱਕ ਨਾ ਪੇਂਡੂ ਖੇਤਰਾਂ ਦੇ ਵਿੱਚ ਗੱਲ ਕਰਦੇ ਆ, ਪਿੰਡਾਂ ਦੇ ਵਿੱਚ ਗੱਲ ਕਰ ਦਿੰਦੇ ਆ। ਲੋਕ ਮਤਲਬ ਖੇਤਾਂ ਦੇ ਵਿੱਚ ਕੰਮ ਕਰਦੇ ਆ, ਕਈ ਵਾਰ ਉਹਨਾਂ ਨੂੰ ਮਿਹਨਤ ਵਾਲਾ ਜ਼ਿਆਦਾ ਕੰਮ ਕਰਨਾ ਪੈਂਦਾ, ਜ਼ੋਰ ਵਾਲਾ ਕੰਮ, ਉਹਦੇ ਨਾਲ ਕਰਕੇ ਕਈ ਵਾਰ ਬੈਕ 'ਚ ਕਹਿੰਦੇ ਨੇ ਕਿ ਜਿਹੜੀ ਮਣਕੇ ਹਿਲ ਜਾਂਦੇ ਆ, ਸਲਿੱਪ ਡਿਸਕ ਕਹਿ ਦਿੰਦੇ ਆ। ਉਸ ਤੋਂ ਬਾਅਦ ਉਹ ਕਾਫੀ ਲੰਮਾ ਸਮਾਂ ਇਲਾਜ ਤਾਂ ਕਰਵਾਉਂਦੇ ਆ, ਪਰ ਉਸ ਤਰ੍ਹਾਂ ਚੀਜ਼ਾਂ ਸਹੀ ਨਹੀਂ ਹੁੰਦੀਆਂ। ਤੇ ਇੱਕ ਮਿੱਥ ਵੀ ਬਣੀ ਹੋਈ ਹੈ ਕਿ ਜਦੋਂ ਮਣਕੇ ਹਿਲ ਜਾਂਦੇ ਆ ਤਾਂ ਉਹ ਠੀਕ ਨਹੀਂ ਹੁੰਦੇ। ਕਿੰਨਾ ਕੁ ਸੱਚ ਹੈ? ਦੇਖੋ, ਜਿਹੜੇ ਵਰਟੀਬਰਾ ਜਦੋਂ ਆਪਣੀ ਜਗ੍ਹਾ ਤੋਂ ਥੋੜੀ ਸਲਿੱਪ ਕਰ ਜਾਂਦੀ ਹੈ ਨਾ, ਤੁਸੀਂ ਉਸ ਚੀਜ਼ ਨੂੰ ਸਮਝੋ ਉਹ ਕਿੰਨੀ ਕਰੀ ਸਲਿੱਪ ਕਰ ਗਈ ਹੈ ਨਾ, ਤੁਸੀਂ ਉਸ ਚੀਜ਼ ਨੂੰ ਬਹੁਤ ਵੱਡਾ ਸਮਝ ਰਹੇ ਹੋ। ਇੰਨੀ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ, ਇੰਨਾ ਕਰੀ ਸਾਈਜ਼ ਮਣਕੇ ਦਾ ਹੈਗਾ, ਠੀਕ ਹੈ। ਜੇ ਉਹ ਸਲਿੱਪ ਵੀ ਕੀਤੀ, ਕਿੰਨੀ ਕਰੀ ਕਰ ਗਈ, ਇੰਨੀ ਕਰੀ ਕਰ ਗਈ, ਮੇਰੇ ਖਿਆਲ 'ਚ MM 'ਚ ਕਰ ਗਈ, ਜ਼ਿਆਦਾ ਨਹੀਂ ਕਰਦੀ ਹੈ। ਤੇ ਤੁਸੀਂ ਕੀ ਸਮਝਦੇ ਹੋ, ਸਰੀਰ 'ਚ ਤਾਂ ਬਹੁਤ ਸਾਰੇ ਆਰਗਨਸ ਹੈਗੇ, ਕਈ ਵਾਰੀ ਹਿਲ ਜੁਲ ਜਾਂਦੇ ਹੈਗੇ, ਆਪਣੀ ਜਗ੍ਹਾ ਤੋਂ ਵਾਪਸ ਆ ਜਾਂਦੇ। ਇਹ ਬਹੁਤ ਵੱਡੀ ਕੋਈ ਗੱਲ ਨਹੀਂ ਹੈਗੀ। ਉਹ ਕਿਤੇ ਜੈਲ ਜਿਹੜੀ ਹੈਗੀ ਉਹ ਬਾਹਰ ਨਹੀਂ ਨਿਕਲ ਗਈ ਤੁਹਾਡੀ ਹੱਡੀ ਤੋਂ, ਜਰਾ ਕਰੀ ਖਿਸਕੀ ਹੈਗੀ ਥੋੜੀ ਜਿਹੀ, ਉਹ ਆਪਣੀ ਸਪੇਸ 'ਚ ਵਾਪਸ ਆ ਜਾਂਦੀ ਹੈ, ਹੌਲੇ ਹੌਲੇ ਕਰਕੇ ਵਾਪਸ ਆ ਜਾਂਦੀ ਹੈ। ਔਰ ਆਯੁਰਵੇਦ 'ਚ ਇਹਦੀ ਬਹੁਤ ਵੱਡੀ ਭੂਮਿਕਾ ਹੈਗੀ, ਕਿਉਂਕਿ ਆਯੁਰਵੇਦ 'ਚ ਬਾਤ ਹਰਨੇ ਵਾਲੀਆਂ ਇੱਦਾਂ ਦੀਆਂ ਅੱਛੀਆਂ ਮੈਡੀਸਨਸ ਹੈਗੀਆਂ ਨਾ ਕਿ ਤੁਸੀਂ 1-2 ਦਿਨ ਵੀ ਜਦੋਂ ਟ੍ਰੀਟਮੈਂਟ ਲੈਂਦੇ ਤੁਹਾਨੂੰ ਬਹੁਤ ਅੱਛੇ ਉਹਦੇ ਰਿਜ਼ਲਟਸ ਮਿਲ ਜਾਂਦੇ ਨੇ। ਜਿਵੇਂ ਕਿ ਮਣਕੇ ਹਿੱਲਣਾ ਬੜਾ ਵੱਡਾ ਕਾਰਨ ਮੰਨਦੇ ਆ, ਇੱਥੇ ਡਰਦੇ ਆ ਲੋਕ, ਐਲੋਪੈਥੀ ਵੱਲ ਭੱਜਦੇ ਆ। ਆਯੁਰਵੈਦ 'ਚ ਆਉਣ ਲਈ ਉਹ ਕੀ ਕਰਨ? ਪਹਿਲੀ ਗੱਲ ਤਾਂ ਇਹ, ਆਯੁਰਵੈਦ ਦਾ ਕਿੰਨੇ ਸਮੇਂ ਤੱਕ ਉਹ ਸਹੀ ਹੋ ਸਕਦੇ ਆ? ਦੇਖੋ, ਹਰ ਪੇਸ਼ੈਂਟ ਇੱਕ ਦੂਜੇ ਤੋਂ ਅਲੱਗ ਹੁੰਦਾ ਹੈਗਾ, ਲੇਕਿਨ ਆਪਣੇ ਕੋਲ ਜਿਹੜੇ ਵੀ ਪੇਸ਼ੈਂਟ ਇੱਥੇ ਆਉਂਦੇ ਨੇ, ਕੁਝ ਪੇਸ਼ੈਂਟ 10-15 ਸਾਲ ਤੋਂ ਸਫਰ ਕਰ ਰਹੇ ਨੇ, ਕੁਝ ਨੂੰ 2-4 ਮਹੀਨਿਆਂ ਤੋਂ ਹੈ, ਕੁਝ ਨੂੰ ਸਾਲ ਤੋਂ ਹੈ। ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਇੰਟੈਂਸਿਟੀ ਕਿਤਨੀ ਹੈਗੀ, ਤੁਹਾਨੂੰ ਕਿਸ ਲੈਵਲ ਦੀ ਪੇਨ ਹੈਗੀ, ਕਦੋਂ ਤੋਂ ਇਹ ਪ੍ਰੋਬਲਮ ਸਟਾਰਟ ਹੋਈ ਹੈਗੀ। ਲੇਕਿਨ ਜਦੋਂ ਆਪਾਂ ਪੇਸ਼ੈਂਟ ਨੂੰ ਆਬਜ਼ਰਵ ਕਰਕੇ ਉਹਨਾਂ ਨੂੰ ਮੈਡੀਕੇਸ਼ਨਸ ਦਿੰਦੇ ਹੈਗੇ ਤਾਂ ਆਲਮੋਸਟ 1 ਮਹੀਨੇ 'ਚ ਉਹਨਾਂ ਨੂੰ ਬਹੁਤ ਅੱਛੇ ਰਿਜ਼ਲਟਸ ਮਿਲ ਜਾਂਦੇ ਨੇ। ਕਾਫੀ ਪੇਸ਼ੈਂਟਸ ਨੂੰ 40-50% ਰਿਜ਼ਲਟ ਮਿਲ ਜਾਂਦੇ ਨੇ, ਕੁਝ ਪੇਸ਼ੈਂਟ 1 ਮਹੀਨੇ 'ਚ ਕਾਫੀ ਬਿਲਕੁਲ ਠੀਕ ਹੀ ਹੋ ਜਾਂਦੇ ਨੇ, ਔਰ ਕੁਝ ਪੇਸ਼ੈਂਟਸ ਨੂੰ ਸਮੇਂ ਵੀ ਲੱਗਦਾ ਹੈਗਾ, ਕਿਉਂਕਿ ਰੀੜ੍ਹ ਦੀ ਹੱਡੀ 'ਚ ਬਿਮਾਰੀਆਂ ਹਮੇਸ਼ਾ ਇੱਕੋ ਜਿਹੀਆਂ ਨਹੀਂ ਹੈਗੀਆਂ। ਇਹ ਆਪਾਂ ਨੂੰ ਦੇਖਣੇ 'ਚ ਇੱਕ ਲੱਗਦੀ ਕਿ ਰੀੜ੍ਹ ਦੀ ਹੱਡੀ ਦੀ ਦਰਦ ਹੈ, ਲੇਕਿਨ ਕਈ ਵਾਰੀ ਗਠੀਆ ਹੈਗਾ, ਕਈ ਵਾਰੀ ਸਲਿਪ ਡਿਸਕ ਹੈ, ਕਈ ਵਾਰੀ ਨਰਵ ਕੰਪਰੈਸ਼ਨ ਹੈ, ਕਈ ਵਾਰੀ ਸਪੌਂਡਲਾਈਟਿਸ ਹੈ, AVN ਹੈਗਾ, ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ। ਤੇ ਹਰ ਬਿਮਾਰੀ ਨੂੰ ਦੇਖ ਕੇ ਉਹਦੇ ਅਨੁਸਾਰ ਹੀ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਠੀਕ ਹੈ। ਅੱਜ ਕੱਲ੍ਹ ਜਿਹੜੇ ਲੋਕ ਨੌਜਵਾਨ ਆ ਜਾਂ ਲੋਕ ਪ੍ਰਾਈਵੇਟ ਜੌਬਸ ਕਰਦੇ, ਜਿਹੜੇ ਕਿ 8-9 ਘੰਟੇ ਸਿਟਿੰਗ ਕਰਦੇ ਆ ਸਟ੍ਰੇਟ ਬਹਿ ਕੇ, ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਆਉਂਦੀ ਪਈ ਹੈ ਉਹਨੂੰ ਸਰਵਾਈਕਲ ਪੇਨ ਦੀ। ਉਹ ਸਰਵਾਈਕਲ ਪੇਨ ਨੂੰ ਲੈ ਕੇ ਉਹ ਜਦੋਂ ਘਰੇ ਜਾਂਦੇ ਆ, ਸੌਂਦੇ ਆ, ਜਾਂ ਸਾਰਾ ਦਿਨ ਇੱਥੋਂ ਪੇਨ ਸ਼ੁਰੂ ਹੁੰਦੀ ਆ, ਥੱਲੇ ਤੱਕ ਚਲੇ ਜਾਂਦੀ ਆ, ਉਹਦਾ ਆਯੁਰਵੈਦ ਦੇ ਵਿੱਚ ਕਿਸ ਤਰ੍ਹਾਂ ਦਾ ਇਲਾਜ ਆ, ਅਤੇ ਉਹਦਾ ਰੀੜ੍ਹ ਦੀ ਹੱਡੀ ਨਾਲ ਕੋਈ ਸੰਬੰਧ ਹੈ?
ਦੇਖੋ ਜਿਹੜਾ ਆਪਣਾ ਬਾਡੀ ਦਾ ਸਿਸਟਮ ਹੈਗਾ ਨਾ, ਆਪਣੇ ਗਲੇ ਤੋਂ ਉੱਪਰ ਦੀਆਂ ਜਿੰਨੀਆਂ ਨਸਾਂ ਹੈਗੀਆਂ, ਨਾੜੀਆਂ ਹੈਗੀਆਂ, ਉਹਨਾਂ ਦਾ ਜਿਹੜਾ ਡਾਇਆਮੀਟਰ ਹੈਗਾ ਉਹ ਘਟ ਜਾਂਦਾ ਹੈ। ਬੋਲਣੇ ਦਾ ਮਤਲਬ ਇਹ ਕਿ ਆਪਣੇ ਗਲੇ ਤੋਂ ਨੀਚੇ ਨੀਚੇ ਬਲੱਡ ਫਲੋ ਜਿਹੜਾ ਹੈਗਾ ਬਹੁਤ ਤੇਜ਼ ਗਤੀ ਨਾਲ ਹੁੰਦਾ ਹੈਗਾ, ਔਰ ਜਦੋਂ ਆਪਣੇ ਉੱਪਰ ਗਰਦਨ ਤੋਂ ਉੱਪਰ ਸਿਰ ਦੀ ਵੱਲ ਜਾਏਗਾ ਨਾ, ਬਹੁਤ ਸਲੋ ਸਪੀਡ ਹੋ ਜਾਏਗੀ। ਉਹ ਨੈਚੁਰਲੀ ਪਰਮਾਤਮਾ ਨੇ ਹੀ ਉੱਦਾਂ ਦਾ ਬਣਾਇਆ ਹੋਇਆ, ਕਿਉਂਕਿ ਜਦੋਂ ਆਪਾਂ ਰਾਤ ਨੂੰ ਵੀ ਸੋਣਾ ਹੈਗਾ ਤਾਂ ਉਹ ਬੈਲੈਂਸ ਹੋ ਜਾਏਗਾ, ਨਹੀਂ ਤਾਂ ਨੀਂਦ ਹੀ ਨਾ ਆਏ ਕਿਸੇ ਨੂੰ, ਔਰ ਕਾਫੀ ਨਿਊਰੋਲੋਜੀਕਲ ਡਿਸਆਰਡਰਸ ਵੀ ਬਹੁਤ ਜ਼ਿਆਦਾ ਕ੍ਰੀਏਟ ਹੋ ਜਾਣ। ਅਤੇ ਜਦੋਂ ਆਪਾਂ ਲੌਂਗ ਟਰਮ 'ਚ ਸਿਟਿੰਗ ਕਰਦੇ ਹੈਗੇ ਤਾਂ ਉਦੋਂ ਬਲੱਡ ਦਾ ਪ੍ਰਵਾਹ ਜਿਹੜਾ ਹੈਗਾ, ਚੱਲਣਾ ਜਿਹੜਾ ਹੈਗਾ ਬਹੁਤ ਸਲੋ ਹੋ ਜਾਂਦਾ ਹੈ। ਅਤੇ ਆਪਣੇ ਲਈ ਬਹੁਤ ਜ਼ਰੂਰੀ ਹੈ ਕਿ ਜਿੱਥੇ ਬਲੱਡ ਰੁਕ ਜਾਏਗਾ ਜਾਂ ਉਹਦੀ ਗਤੀ ਥੋੜ੍ਹੀ ਸਾਮਾਨਿਆ ਅਤੇ ਘਟ ਜਾਏਗੀ, ਤਾਂ ਉਦੋਂ ਤੁਹਾਨੂੰ ਜਕੜਨ ਆਕੜਨ ਆਉਣਾ ਸ਼ੁਰੂ ਹੋ ਜਾਏਗੀ, ਕਿਉਂਕਿ ਪਰਟੀਕੂਲਰ ਏਰੀਆ 'ਚ ਬਲੱਡ ਦੀ ਸਪਲਾਈ ਨਹੀਂ ਮਿਲ ਰਹੀ। ਬਲੱਡ ਨੇ ਹੀ ਉਹਨਾਂ ਨੂੰ ਪੂਰੀ ਤਰ੍ਹਾਂ ਤੋਂ ਭੋਜਨ ਦੇਣਾ ਹੈਗਾ। ਇਸ ਕਰਕੇ ਜੇ ਤੁਸੀਂ ਕੋਈ ਵੀ ਕੰਮ ਕਰਦੇ ਹੋ, ਤੁਸੀਂ ਅੱਧੇ ਪੌਣੇ ਘੰਟੇ ਬਾਅਦ ਉੱਠ ਕੇ 10 ਮਿੰਟ ਦਾ ਚੱਕਰ ਕੱਢ ਲਓ, ਥੋੜ੍ਹਾ ਜਿਹਾ ਰਿਲੈਕਸ ਹੋ ਜਾਓ, ਪਾਣੀ ਪੀ ਲਓ, ਜਾਂ ਥੋੜ੍ਹਾ ਜਿਹਾ ਹਲਕਾ ਜਿਹਾ 2-4 ਮਿੰਟ ਲਈ ਆਪਣੀ ਗਰਦਨ ਦੇ ਮੂਵਮੈਂਟਸ ਕਰ ਲਓ, ਤੁਹਾਡੇ ਲਈ ਬਹੁਤ ਅੱਛਾ ਰਹੇਗਾ। ਸਿਟਿੰਗ ਦੇ ਪੋਸਚਰ ਵੀ ਹੁੰਦੇ ਆ, ਲੋਕ ਕਹਿੰਦੇ ਆ ਕਿ ਸਟੇਟ ਇਸ ਤਰ੍ਹਾਂ ਬੈਠਣਾ, ਆਪਣਾ ਲੈਪਟਾਪ ਆ ਜਾਂ ਕੰਪਿਊਟਰ ਪੀਸੀ ਉਹਨੂੰ ਆਈ ਸਾਈਡ ਤੇ ਬਰਾਬਰ ਰੱਖਣਾ ਵਾ। ਕਿਸ ਤਰ੍ਹਾਂ ਦੇ ਕੁਝ ਪੁਆਇੰਟਸ ਜਿਹੜੇ ਕੀ ਨੋਟਸ ਲੋਕ ਵੀ ਯੂਜ਼ ਕਰ ਸਕਣ? ਪਹਿਲੀ ਗੱਲ ਤਾਂ ਇਹ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਆਦਤ ਨਾ ਪਾਉਣ ਫੋਨ ਦੀ, ਕਿ ਫੋਨ ਦੇਖਣਾ ਹੀ ਹੈ। ਉਹਨਾਂ ਦਾ ਇੱਕ ਟਾਈਮ ਫਿਕਸ ਕਰ ਦਿੱਤਾ ਜਾਏ ਕਿ ਅੱਧਾ ਘੰਟਾ ਜਾਂ 1 ਘੰਟਾ ਦੇਖਣਾ ਹੈ, ਲੇਕਿਨ ਉਹਦੇ ਲਈ ਵੀ ਉਹ ਹੱਥਾਂ 'ਚ ਪਕੜ ਕੇ ਨਾ ਉਹਨੂੰ ਚਲਾਈ ਜਾਣ। ਜ਼ਿਆਦਾਤਰ ਆਪਾਂ ਕੋਈ ਸਟੈਂਡ ਯੂਜ਼ ਕਰੀਏ ਜਿਹਦੇ 'ਚ ਉਹ ਇੱਕ ਚੀਜ਼ ਲਗਾ ਲੈਣ, ਤਾਂ ਉਹ ਉਸ ਚੀਜ਼ ਨੂੰ ਪ੍ਰੋਪਰਲੀ ਦੇਖਣ। ਜਦੋਂ ਆਪਾਂ ਆਫਿਸ 'ਚ ਜਾਂਦੇ ਹੈਗੇ, ਕੰਮ ਕਰਨੇ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਬੈਕ ਨੂੰ ਸਟਰੇਟ ਰੱਖੋ। ਜ਼ਿਆਦਾਤਰ ਜਦੋਂ ਸਟਰੇਟ ਰੱਖੋਗੇ ਤਾਂ ਤੁਹਾਡੀ ਪੋਸਚਰ 'ਚ ਕੋਈ ਹਿੰਜ ਨਹੀਂ ਆਏਗਾ, ਕੋਈ ਮੁੜੇਗਾ ਨਹੀਂ, ਔਰ ਹੱਡੀਆਂ ਕੋਈ ਟੇਢੀਆਂ ਹੋਣਾ ਨਹੀਂ ਸ਼ੁਰੂ ਹੋਣਗੀਆਂ। ਤੁਸੀਂ ਪਿੱਲੋ ਦੀ ਸਪੋਰਟ ਵੀ ਲੈ ਸਕਦੇ ਹੋ, ਔਰ ਹਰ ਅੱਧੇ ਘੰਟੇ 1 ਘੰਟੇ ਬਾਅਦ ਉੱਠ ਕੇ ਗੇੜਾ ਕੱਢ ਸਕਦੇ ਹੋ, ਥੋੜਾ ਸਟਰੈਚਿੰਗ ਕਰ ਸਕਦੇ ਹੋ ਹਲਕੀ ਫੁਲਕੀ। ਔਰ ਸਾਰੇ ਦਿਨ 'ਚ ਸਵੇਰੇ ਜਾਂ ਸ਼ਾਮ ਅੱਧਾ ਘੰਟਾ ਐਕਸਰਸਾਈਜ਼ ਕਰਨਾ ਨਾ ਭੁੱਲੋ। ਤੁਸੀਂ ਗਰਦਨ ਦੀ ਔਰ ਕਮਰ ਦੀ ਜ਼ਰੂਰ ਥੋੜੀ ਐਕਸਰਸਾਈਜ਼ ਕਰੋ। ਔਰ ਰੀੜ੍ਹ ਦੀ ਹੱਡੀ ਇੱਦਾਂ ਦਾ ਔਰਗਨ ਹੈਗਾ ਕਿ ਆਪਣੇ ਯੋਗ ਸ਼ਾਸਤਰਾਂ 'ਚ ਕਿਹਾ ਗਿਆ ਹੋਇਆ ਹੈਗਾ ਕਿ ਜਿਹਨੇ ਆਪਣੀ ਉਮਰ ਘਟਾਉਣੀ ਹੋਵੇ, ਜਾਂ ਜਿਹਨੂੰ ਚਾਹੀਦਾ, ਜਿਹੜਾ ਇਹ ਸੋਚਦਾ ਕਿ ਮੈਨੂੰ ਬੁਢਾਪਾ ਛੇਤੀ ਨਾ ਆਏ, ਤਾਂ ਤੁਹਾਡੀ ਰੀੜ੍ਹ ਦੀ ਹੱਡੀ 'ਚ ਲਚਕ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੁਹਾਡੀ ਰੀੜ੍ਹ ਦੀ ਹੱਡੀ ਲਚਕੀਲੀ ਰਹੇਗੀ ਤਾਂ ਤੁਹਾਡੀ ਏਜ ਜਿਹੜੀ ਹੈਗੀ 10-15 ਸਾਲ ਆਪਣੇ ਆਪ ਹੀ ਘੱਟ ਲੱਗਦੀ ਹੈ। ਕਈਆਂ ਨੂੰ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਵੀ ਹੈਗੀ ਆ, ਡਾਕਟਰ ਸਾਹਿਬ ਕਹਿ ਦਿੰਦੇ ਆ ਤੁਸੀਂ ਐਕਸਰਸਾਈਜ਼ ਕਰ ਲਓ, ਪਰ ਉਹ ਪ੍ਰੋਬਲਮ ਹੀ ਨਹੀਂ ਆ ਜਾਂ ਏਜ ਫੈਕਟਰ ਕਰਕੇ ਐਕਸਰਸਾਈਜ਼ ਨਹੀਂ ਕਰ ਸਕਦੇ, ਉਹ ਕੀ ਕਰਨ? ਉਹਨਾਂ ਲਈ ਸਾਰਿਆਂ ਤੋਂ ਵਧੀਆ ਤਾਂ ਦੇਖੋ ਖਾਣ ਪਾਣ 'ਚ ਆਪਣਾ ਸੁਧਾਰ ਕਰੋ। ਖਾਣੇ ਪਾਣੇ 'ਚ ਜਿਹੜੀਆਂ ਨਹੀਂ ਚੀਜ਼ਾਂ ਖਾਣੇ ਵਾਲੀਆਂ ਹੈਗੀਆਂ, ਉਹ ਥੋੜ੍ਹੇ ਦਿਨਾਂ ਲਈ ਦਾਲਾਂ ਬੰਦ ਕਰੋ, ਦਹੀਂ ਬੰਦ ਕਰ ਦਿਓ, ਪਨੀਰ, ਜਿਹੜੀਆਂ ਪਚਣੇ 'ਚ ਬਹੁਤ ਜ਼ਿਆਦਾ ਭਾਰੀ ਚੀਜ਼ਾਂ ਹੈਗੀਆਂ ਉਹ ਬੰਦ ਕਰ ਦਿਓ। ਔਰ ਗਾਂ ਦਾ ਘਿਓ ਜਿਹੜਾ ਹੈਗਾ ਉਹਦਾ ਸੇਵਨ ਕਰਨਾ ਸ਼ੁਰੂ ਕਰੋ। ਰੀੜ੍ਹ ਦੀ ਹੱਡੀ ਦੇ ਪੇਸ਼ੈਂਟਸ ਜਿਹੜੇ ਹੈਗੇ ਉਹ ਦੁੱਧ ਦਾ ਹੀ ਉਪਯੋਗ ਕਰ ਸਕਦੇ ਨੇ, ਉਹਨਾਂ ਲਈ ਬਹੁਤ ਅੱਛਾ ਹੈ, ਉਹ ਵੀ ਇੰਟਰਨਲ ਲੂਬਰੀਕੇਸ਼ਨ ਪ੍ਰੋਵਾਈਡ ਕਰਦਾ। ਬਾਕੀ ਜਿਹੜਾ ਹੈਗਾ ਸੌਂਠ ਹੋ ਗਿਆ, ਗਾਰਲਿਕ ਹੋ ਗਿਆ, ਲਸਣ ਹੋ ਗਿਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੈਚੁਰਲੀ ਤੁਸੀਂ ਖਾਣੇ 'ਚ ਯੂਜ਼ ਕਰਨਾ ਸ਼ੁਰੂ ਕਰੋ। ਇਹਦੇ ਰਿਜ਼ਲਟ ਬਹੁਤ ਅੱਛੇ ਮਿਲਦੇ ਨੇ। ਜਿਹੜੇ ਮੈਂ ਤੁਹਾਨੂੰ ਪਹਿਲੇ ਵੀ ਦੱਸੇ ਕਿ ਤਿਲ ਹੋ ਗਿਆ, ਅਲਸੀ ਦਾ ਤੇਲ ਹੋ ਗਿਆ, ਮੂੰਗਫਲੀ ਹੋ ਗਈ, ਇੱਦਾਂ ਦੀਆਂ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਉਹ ਨੈਚੁਰਲੀ ਆਇਲ ਪ੍ਰੋਵਾਈਡ ਕਰਦੀਆਂ ਨੇ ਬਾਡੀ ਦੇ ਅੰਦਰ, ਔਰ ਬਾਤ ਨੂੰ ਪੂਰੀ ਤਰ੍ਹਾਂ ਤੋਂ ਬੈਲੈਂਸ ਰੱਖਦੀਆਂ ਨੇ। ਇਹ ਤੁਸੀਂ ਘਰ ਖਾਣੇ 'ਚ ਉਪਯੋਗ ਕਰ ਸਕਦੇ ਹੋ। ਫਿਰ ਵੀ ਜੇ ਕਿਤੇ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੀ ਸਮੱਸਿਆ ਦਾ ਸਮਾਧਾਨ ਨਹੀਂ ਹੋ ਰਿਹਾ, ਉਹ ਤੁਸੀਂ ਐਕਸਰਸਾਈਜ਼ ਵੀ ਨਹੀਂ ਕਰ ਸਕਦੇ, ਕਿਉਂਕਿ ਜਦੋਂ ਕਿਸੇ ਨੂੰ ਬਿਮਾਰੀ ਹੋ ਜਾਏ ਉਹਨੂੰ ਬਿਨਾਂ ਇੰਸਟਰਕਸ਼ਨ ਤੋਂ ਕੋਈ ਆਪਣੇ ਆਪ ਐਕਸਰਸਾਈਜ਼ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਕਈ ਵਾਰੀ ਉਹਦੇ ਵੀ ਬਹੁਤ ਜ਼ਿਆਦਾ ਐਕਸੈਸ 'ਚ ਸਟ੍ਰੇਨ ਪੈ ਜਾਂਦੇ ਨੇ, ਖਿੱਚ ਪੈ ਜਾਂਦੀ ਹੈਗੀ, ਜਿਹਦੇ ਕਰਕੇ ਉਹ ਬਿਮਾਰੀ ਜਿਹੜੀ ਹੈ ਵੱਧ ਜਾਂਦੀ ਹੈ। ਤਾਂ ਤੁਸੀਂ ਉਸ ਚੀਜ਼ ਲਈ ਆਪਣੇ ਆਪ ਕੋਈ ਵੀ ਸੈਲਫ ਮੈਡੀਕੇਸ਼ਨ ਜਾਂ ਸੈਲਫ ਐਕਸਰਸਾਈਜ਼ ਲਈ ਕੋਈ ਵੀ ਟ੍ਰਿਕ ਯੂਜ਼ ਨਾ ਕਰੋ, ਤੁਸੀਂ ਡਾਕਟਰ ਨੂੰ ਕੰਸਲਟ ਕਰੋ। ਆਪਣੇ ਕੋਲ ਇਹਨਾਂ ਦਾ ਬਹੁਤ ਅੱਛਾ ਟ੍ਰੀਟਮੈਂਟ ਅਵੇਲੇਬਲ ਹੈ, ਔਰ ਉਹ ਵੀ ਵਿਦਾਊਟ ਐਨੀ ਸਾਈਡ ਇਫੈਕਟਸ। ਅੱਜ ਕੱਲ੍ਹ ਲੋਕ ਯੂਟਿਊਬਸ 'ਤੇ ਦੇਖ ਕੇ, ਕਈ ਡਾਕਟਰ ਸਾਹਿਬ ਇਸ ਤਰ੍ਹਾਂ ਦੇ ਆ ਜਾਂ ਕਈ ਨਵੇਂ ਐਕਸਰਸਾਈਜ਼ ਕਰਾਉਂਦੇ ਆ, ਮੁੰਡੇ ਕੁੜੀਆਂ ਕਰਾਉਂਦੇ ਆ, ਉਹਨੂੰ ਦੇਖ ਕੇ ਫੋਲੋ ਕਰਨ ਲੱਗ ਜਾਂਦੇ ਆ। ਉਹਦੇ ਕਰਕੇ ਕਈਆਂ ਨੂੰ ਪ੍ਰੋਬਲਮਸ ਵੀ ਆ ਜਾਂਦੀਆਂ ਵਾ। ਜਿਹੜੇ ਲੋਕ ਇੱਥੇ ਆਉਣਗੇ ਹਸਪੀਟਲ ਦੇ ਵਿੱਚ, ਉਹ ਕੀ ਸੋਚ ਕੇ ਆਉਣ ਵੀ ਮੈਨੂੰ ਜੇ ਮੰਨ ਲਓ ਇੱਕ 10 ਸਾਲ ਤੋਂ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਆ ਜਾਂ ਹੁਣੇ ਸਰਵਾਈਕਲ ਦੀ ਪ੍ਰੋਬਲਮ ਹੋਈ ਆ, ਕਿ ਮੈਨੂੰ ਇਲਾਜ, ਕਈ ਵਾਰ ਲੋਕ ਡਰਦੇ ਆ ਕਿ ਮੈਨੂੰ ਪੈਸੇ ਬਹੁਤ ਲੱਗ ਜਾਣਗੇ। ਸਭ ਤੋਂ ਵੱਡਾ ਲੋਕਾਂ ਦੇ ਵਿੱਚ ਡਰ ਇਹੀ ਆ, ਕਿਉਂਕਿ ਐਲੋਪੈਥੀ ਜਾਂਦੇ ਆ ਤਾਂ ਲੋਕ ਡਰਦੇ ਆ ਕਿ ਪੈਸੇ ਬਹੁਤ ਲੱਗ ਜਾਂਦੇ ਆ। ਕਿੰਨਾ ਕੁ ਬਚ ਸਕਦੇ ਆ ਪੈਸਿਆਂ ਤੋਂ? ਦੇਖੋ, ਜੇ ਤੁਹਾਨੂੰ ਕੋਈ ਕ੍ਰਿਟੀਕਲ ਸਮੱਸਿਆ ਹੈਗੀ, ਜੇ ਮਤਲਬ 2-3 ਮਹੀਨਿਆਂ ਤੋਂ ਪ੍ਰੋਬਲਮ ਹੈਗੀ ਜਾਂ 8-10 ਸਾਲ ਤੋਂ ਹੈਗੀ, ਤਾਂ ਨੈਚੁਰਲੀ ਤੁਸੀਂ ਹਰ ਜਗ੍ਹਾ ਇਲਾਜ ਕਰਾ ਚੁੱਕੇ, ਠੀਕ ਹੈ। ਇਹ ਜ਼ਰੂਰ ਹੈਗਾ ਕਿ ਆਯੁਰਵੈਦਿਕ ਮੈਡੀਸਨ ਥੋੜ੍ਹੀਆਂ ਐਕਸਪੈਂਸਿਵ ਹੈਗੀਆਂ, ਐਕਸਪੈਂਸਿਵ ਨੈਚੁਰਲੀ ਹੋਣੀਆਂ ਹੀ ਹੈਗੀਆਂ। ਜੇ ਮੈਂ ਤੁਹਾਨੂੰ ਕਹਿ ਦਾਂ ਕਿ ਤੁਸੀਂ ਅਸ਼ਵਗੰਧਾ ਦਾ ਮਾਰਕੀਟ 'ਚ ਰੇਟ ਪਤਾ ਕਰ ਲਓ, ਤੁਸੀਂ 1 ਕਿਲੋ ਅਸ਼ਵਗੰਧਾ ਲੋਗੇ 2000 ਰੁਪਏ ਕਿਲੋ ਤੋਂ ਘੱਟ ਨਹੀਂ ਮਿਲੇਗੀ, ਹੈ ਨਾ। ਅਤੇ ਜਿਹੜੀ ਵੈਸਟਰਨ ਮੈਡੀਕੇਸ਼ਨ 'ਚ ਫ਼ਰਕ ਹੈਗਾ, ਉਹ ਕੈਮੀਕਲ ਬੇਸਡ ਮੈਡੀਸਨ ਹਨ, ਉਹ ਬਹੁਤ ਸਸਤੀਆਂ ਮਿਲ ਜਾਣਗੀਆਂ, ਲੇਕਿਨ ਤੁਹਾਨੂੰ ਇਹ ਜੱਜ ਆਪਣੇ ਆਪ ਕਰਨਾ ਪਏਗਾ ਕਿ ਕਿਸ ਕਾਸਟ 'ਚ
ਕੀ ਤੁਹਾਡਾ ਲੀਵਰ ਕੰਪਰੋਮਾਈਜ਼ ਹੋ ਰਿਹਾ, ਨਾਲ ਫੇਫੜੇ ਕੰਪਰੋਮਾਈਜ਼ ਹੋ ਰਹੇ ਨੇ, ਤੁਹਾਨੂੰ ਸਾਈਡ ਇਫੈਕਟਸ ਆ ਰਹੇ ਨੇ, ਤਾਂ ਉਹ ਚੀਜ਼ ਤੁਹਾਨੂੰ ਆਪਣੇ ਆਪ ਉਸ ਚੀਜ਼ 'ਚ ਦੇਖਣੀ ਪਏਗੀ। ਔਰ ਨਾਲ ਉਹ ਉਸ ਚੀਜ਼ ਦਾ ਕਿਉਰ ਨਹੀਂ ਹੈਗਾ, ਤੁਹਾਨੂੰ ਲੌਂਗ ਟਰਮ 'ਚ ਪੇਨ ਕਿਲਰ ਲੈਣੀ ਪਏਗੀ। ਜਦੋਂ ਪੇਨ ਕਿਲਰ ਲੈਣਾ ਕੰਮ ਬੰਦ ਕਰ ਦੇਗੀ, ਉਸ ਤੋਂ ਬਾਅਦ ਤੁਸੀਂ ਆਪਰੇਸ਼ਨ ਲਈ ਸੋਚੋਗੇ। ਇਹੀ ਦੋ ਚੀਜ਼ਾਂ ਹੈਗੀਆਂ। ਹਮੇਸ਼ਾ ਪੇਸ਼ੈਂਟ ਇਹਨਾਂ ਦੋ ਚੀਜ਼ਾਂ 'ਚ ਹੀ ਉਲਝਿਆ ਰਹਿੰਦਾ। ਪਹਿਲੇ ਸਸਤੇ ਦੇ ਚੱਕਰ 'ਚ ਬਹੁਤ ਸਾਲ ਗਵਾ ਦਿੰਦੇ ਨੇ, ਫਿਰ ਮਹਿੰਗੇ ਦੇ ਚੱਕਰ 'ਚ ਆਪਰੇਸ਼ਨ ਕਰਾ ਲੈਂਦੇ ਨੇ, ਲੇਕਿਨ ਹੱਡੀਆਂ ਦੇ ਆਪਰੇਸ਼ਨ ਆਲਮੋਸਟ ਬਹੁਤ ਰਿਸਕੀ ਰਹਿੰਦੇ ਹੈਗੇ। ਤੇ ਆਯੁਰਵੇਦ 'ਚ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਮੈਡੀਸਨ ਐਕਸਪੈਂਸਿਵ ਨਹੀਂ ਹੈਗੀਆਂ। ਐਕਸਪੈਂਸਿਵ ਉਹਨਾਂ ਲਈ ਜ਼ਰੂਰ ਹੈਗੀਆਂ ਜਿਨ੍ਹਾਂ ਨੂੰ ਕਹਿਤਾ ਕਿ ਇਮੀਡੀਏਟਲੀ ਸਰਜਰੀ ਕਰਾਓ ਜੀ, ਤੁਸੀਂ ਤਾਂ ਮਹੀਨੇ 'ਚ ਜਾਂ 15 ਦਿਨਾਂ 'ਚ ਤੁਹਾਨੂੰ ਆਪਰੇਸ਼ਨ ਕਰਾਉਣਾ ਹੀ ਪੈਣਾ। ਨੈਚੁਰਲੀ ਉਹਨੂੰ ਪੇਸ਼ੈਂਟ ਨੂੰ ਜਿਹੜੀ ਹੈਗੀ ਉਹ ਮੈਡੀਸਨ ਸਟਰੋਂਗ ਲੈਵਲ ਦੀਆਂ ਚੱਲਦੀਆਂ ਹੈਗੀਆਂ, ਕਿਉਂਕਿ ਉਹਨਾਂ ਨੂੰ ਰਿਜ਼ਲਟਸ ਵੀ ਵਿਜ਼ੀਬਲ ਚਾਹੀਦੇ ਹੈਗੇ ਥੋੜ੍ਹੇ ਟਾਈਮ 'ਚ, ਤਾਂ ਹੀ ਉਹ ਆਪਰੇਸ਼ਨ ਦੀ ਤਰਫ ਨਹੀਂ ਜਾਣਗੇ। ਅਤੇ ਇੱਦਾਂ ਦੇ ਪੇਸ਼ੈਂਟ 100% ਮੈਡੀਸਨ ਅਫੋਰਡ ਕਰਦੇ ਨੇ। ਔਰ ਕੋਸਟ ਨੂੰ ਮੱਦੇਨਜ਼ਰ ਨਾ ਰੱਖਦੇ ਹੋਏ ਆਪਾਂ ਨੂੰ ਰਿਜ਼ਲਟ ਮੱਦੇਨਜ਼ਰ ਰੱਖਣੇ ਚਾਹੀਦੇ, ਔਰ ਉਹਦੇ ਨਾਲ ਹੋਣੇ ਵਾਲੇ ਸਾਈਡ ਇਫੈਕਟਸ ਆਪਾਂ ਨੂੰ ਉਹਦੀ ਇਵੈਲੂਏਸ਼ਨ ਉਸ ਚੀਜ਼ ਦੇ ਉੱਪਰ ਕਰਨੀ ਚਾਹੀਦੀ ਕਿ ਆਪਾਂ ਸਹੀ ਚੀਜ਼ ਖਾ ਰਹੇ ਹਾਂ, ਉਹਦੇ ਨਾਲ ਕੋਈ ਸਾਈਡ ਇਫੈਕਟਸ ਤਾਂ ਨਹੀਂ, ਜਾਂ ਆਪਾਂ ਕੈਮੀਕਲ ਬੇਸ ਕੋਈ ਚੀਜ਼ ਯੂਜ਼ ਕਰ ਰਹੇ ਹਾਂ ਲੇਕਿਨ ਉਹਦੇ ਸਾਈਡ ਇਫੈਕਟਸ ਹੈਗੇ, ਬਟ ਅੱਜ ਸਸਤੀ ਹੈਗੀ। ਫਿਰ ਅੱਜ ਸਸਤੀ ਦੇ ਚੱਕਰ 'ਚ ਤੁਸੀਂ ਕੱਲ੍ਹ ਨੂੰ ਤਾਂ ਕਿੰਨੇ ਪੈਸੇ ਲਗਾਓਗੇ। ਤੁਹਾਡਾ ਤਜਰਬਾ ਬੜਾ ਲਿਆ ਵਾ। ਕਈ ਵਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਕਿ ਯਾਦਗਾਰ ਹੋ ਜਾਂਦੀਆਂ, ਮਰੀਜ਼ਾਂ ਦੇ ਲਈ ਵੀ, ਤੁਹਾਡੇ ਲਈ ਵੀ। ਕੋਈ ਇਸ ਤਰ੍ਹਾਂ ਦਾ ਪਲ? ਹਾਂ, ਆਲਮੋਸਟ 2 ਮਹੀਨੇ ਪਹਿਲੇ ਦੀ ਮੈਂ ਗੱਲ ਕਰਾਂ, ਆਪਣੇ ਕੋਲ ਪੇਸ਼ੈਂਟ ਆਏ। ਉਹ ਐਕਚੁਅਲੀ ਉਹਨਾਂ ਦਾ ਆਪਰੇਸ਼ਨ ਸੀ ਸ਼ਾਮ ਨੂੰ 4 ਵਜੇ। ਉਹ ਕਹਿ ਰਹੇ ਸੀ ਕਿ ਆਪਾਂ ਤਾਂ ਆਪਰੇਟ ਕਰਾਉਣੇ ਲਈ, ਉਹ ਗੁਰਦਾਸਪੁਰ ਸਾਈਡ ਤੋਂ ਸੀ, ਇੱਧਰ ਆ ਰਹੇ ਸੀ DMC। ਕਹਿੰਦੇ ਰਸਤੇ 'ਚ ਆਪਾਂ ਥੋੜ੍ਹਾ ਪਹਿਲੇ ਆ ਗਏ, ਅਤੇ ਰਸਤੇ 'ਚ ਆਉਂਦੇ ਆਪਾਂ ਥੋੜ੍ਹਾ ਫੇਸਬੁੱਕ ਸਕਰੋਲ ਕਰ ਲਈ, ਉਹਦੇ 'ਚ ਆਪਾਂ ਦੇਖਿਆ ਤੁਹਾਡੇ ਬੈਕ ਪੇਨ ਦੇ ਬਾਰੇ 'ਚ, ਤਾਂ ਉਹ ਨੈਚੁਰਲੀ ਆਪਣੇ ਕੋਲ ਆ ਗਏ। ਇੱਥੇ ਆ ਕੇ ਕਹਿੰਦੇ ਕਿ ਤੁਸੀਂ ਬੈਕ ਪੇਨ ਦਾ ਟਰੀਟਮੈਂਟ ਕਰਦੇ ਹੋ। ਆਪਾਂ ਕਿਹਾ ਹਾਂਜੀ ਆਪਾਂ ਕਰਦੇ ਹੈਗੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਬਟ ਇਹਨਾਂ ਦਾ ਤਾਂ ਅੱਜ ਆਪਰੇਸ਼ਨ ਹੈਗਾ 4 ਵਜੇ ਇਹਨਾਂ ਦਾ ਆਂਟੀ ਦਾ ਆਪਰੇਸ਼ਨ ਹੈਗਾ। ਅਤੇ ਫਿਰ ਆਪਾਂ ਇਹੀ ਸੁਜੈਸਟ ਕੀਤਾ ਕਿ ਤੁਸੀਂ ਡਿਸੀਜ਼ਨ ਲਓ ਕਿ ਤੁਸੀਂ ਕਰਾਉਣਾ ਜਾਂ ਨਹੀਂ ਕਰਾਉਣਾ। ਅਤੇ ਉਹ ਕਹਿੰਦੇ ਕਿ ਚਲੋ ਤੁਸੀਂ ਗਾਈਡ ਕਰੋ। ਮੈਂ ਕਿਹਾ ਜੇ ਆਪਣੇ ਕੋਲ ਟਰੀਟਮੈਂਟ ਲੈਣਾ ਹੈ ਤਾਂ ਆਲਮੋਸਟ ਤੁਹਾਨੂੰ 15 ਦਿਨਾਂ ਤੋਂ 1 ਮਹੀਨੇ ਦੇ ਵਿੱਚ ਰਿਜ਼ਲਟਸ ਮਿਲ ਜਾਣਗੇ। ਜੇ ਤੁਹਾਨੂੰ ਬਾਈ ਚਾਂਸ ਕਿਤੇ ਲੱਗਿਆ ਕਿ ਰਿਜ਼ਲਟ ਨਹੀਂ ਮਿਲ ਰਹੇ ਤਾਂ ਕੋਈ ਗੱਲ ਨਹੀਂ, ਫਿਰ ਤੁਸੀਂ ਨੈਕਸਟ ਡੇਟ ਲੈ ਕੇ ਕਰਵਾ ਲਿਓ ਉਹਨਾਂ ਦਾ ਆਪਰੇਸ਼ਨ। ਅਤੇ ਅੱਜ ਆਲਮੋਸਟ 2.5 ਮਹੀਨੇ ਹੋ ਗਏ, ਉਹ ਆਂਟੀ ਬਿਲਕੁਲ ਠੀਕ ਹੈਗੇ, ਹੁਣ ਤੁਰਦੇ ਫਿਰਦੇ ਨੇ। ਅੱਛਾ ਮੈਂ ਸਮਾਂ ਇਜਾਜ਼ਤ ਦਿੰਦਾ ਨਹੀਂ ਪਿਆ। ਕਈ ਸਵਾਲ ਇਸ ਤਰ੍ਹਾਂ ਦੇ ਆ ਜਾਂਦੇ ਜਿਹੜੇ ਥੋੜ੍ਹੇ ਟੌਪਿਕ ਤੋਂ ਵੱਖਰੇ ਆ। ਫੈਟੀ ਲੀਵਰ ਜਾਂ ਮੋਟਾਪਾ, ਟਰਾਈ ਕਰਾਂਗੇ ਅਗਲੀ ਵਾਰ ਜ਼ਰੂਰ ਇਸ ਟੌਪਿਕ 'ਤੇ ਗੱਲ ਕਰਾਂਗੇ। ਪਰ ਜਾਂਦੇ ਜਾਂਦੇ ਇੱਕ ਉਹਨਾਂ ਦਰਸ਼ਕਾਂ ਨੂੰ ਇੱਕ ਕੁਛ ਇਸ ਤਰ੍ਹਾਂ ਮੋਟਾਪੇ ਕਰਕੇ ਜਾਂ ਫੈਟੀ ਲੀਵਰ ਕਰਕੇ ਕੋਈ ਦੱਸੋ ਵੀ ਉਹ ਕੀ ਕਰ ਸਕਣ। ਮੋਟਾਪੇ ਔਰ ਫੈਟੀ ਲੀਵਰ ਲਈ ਬਹੁਤ ਅੱਛੀ ਚੀਜ਼ ਹੈਗੀ। ਦੇਖੋ, ਫੈਟੀ ਲੀਵਰ ਆਪਣੇ ਪੰਜਾਬ 'ਚ ਬਹੁਤ ਆਮ ਸਮੱਸਿਆ ਮੰਨੀ ਜਾਂਦੀ ਹੈ, ਲੇਕਿਨ ਆਮ ਸਮੱਸਿਆ ਨਹੀਂ ਹੈਗੀ। ਇਹ ਆਲਮੋਸਟ ਸਾਰੀ ਬਿਮਾਰੀਆਂ ਦੀ ਜੜ ਆਪਾਂ ਕਹਿ ਸਕਦੇ ਹੈਗੇ। ਔਰ ਫੈਟੀ ਲੀਵਰ ਲਈ ਸਾਰਿਆਂ ਤੋਂ ਅੱਛੀ ਚੀਜ਼ ਹੈਗੀ, ਤੁਸੀਂ ਰੋਜ਼ ਨਿੰਬੂ ਪਾਣੀ 1 ਜਾਂ 2 ਗਲਾਸ ਪੀਓ। ਵਿਟਾਮਿਨ C ਤੁਹਾਨੂੰ ਜ਼ਰੂਰ ਚਾਹੀਦਾ। ਜਿਹੜੇ ਤੁਹਾਡੇ ਲੀਵਰ ਦੇ ਉੱਪਰ ਫੈਟ ਚੜੀ ਹੋਈ ਹੈ ਉਹ ਪਰਤ ਨੂੰ ਡਿਜ਼ੋਲਵ ਕਰਦਾ ਹੈ। ਜਾਂ ਸੇਬ ਦਾ ਸਿਰਕਾ 2-3 ਚਮਚ ਤੁਸੀਂ ਗੁਨਗੁਨੇ ਪਾਣੀ 'ਚ ਖਾਲੀ ਪੇਟ ਸਵੇਰੇ ਪੀਣਾ ਹੈ। ਔਰ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਉਹਦੇ ਲਈ ਤੁਸੀਂ ਸੈਰ ਕਰਨੀ ਹੈ 2 ਕਿਲੋਮੀਟਰ ਤੋਂ ਲੈ ਕੇ 5 ਜਾਂ 10 ਕਿਲੋਮੀਟਰ ਡੇਲੀ, ਲੇਕਿਨ ਤੇਜ਼ ਵਾਲੀ ਸੈਰ, ਬ੍ਰਿਸਕ ਵਾਕ ਜਿਹਨੂੰ ਆਪਾਂ ਕਹਿੰਦੇ ਨੇ। ਇਹਦੇ ਬਹੁਤ ਅੱਛੇ ਰਿਜ਼ਲਟ ਮਿਲਣਗੇ। ਇਹ ਜਿਹੜੇ ਮੈਂ ਤੁਹਾਨੂੰ ਨੁਸਖੇ ਦੱਸੇ ਨੇ ਇਹ ਤੁਹਾਨੂੰ ਵੇਟ ਲੂਜ਼ ਕਰਨੇ 'ਚ ਵੀ ਹੈਲਪ ਕਰਨਗੇ, ਫੈਟੀ ਲੀਵਰ ਲਈ ਵੀ। ਔਰ ਜੇ ਫਿਰ ਵੀ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਆਪਾਂ ਹਮੇਸ਼ਾ ਅਵੇਲੇਬਲ ਹੈਗੇ ਇਸ ਚੀਜ਼ ਲਈ। ਸੋ ਅੱਜ ਅਸੀਂ ਉਹਨਾਂ ਟੌਪਿਕਸ 'ਤੇ ਗੱਲ ਕੀਤੀ ਹੈ ਜਿਹੜੇ ਕਿ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ, ਸਾਡੇ ਬੱਚਿਆਂ ਦੇ ਵਿੱਚ, ਸਾਡੇ ਬਜ਼ੁਰਗਾਂ ਦੇ ਵਿੱਚ ਦੇਖਣ ਨੂੰ ਮਿਲਦੇ ਪਏ ਹੈ। ਤੁਹਾਡਾ ਕੋਈ ਸਵਾਲ ਹੋਇਆ ਜ਼ਰੂਰ ਕਮੈਂਟ ਕਰਕੇ, ਇਨਬਾਕਸ ਕਰਕੇ ਆਪਣਾ ਸਵਾਲ ਪੁੱਛਿਓ। ਅਤੇ ਨਾਲ ਦੀ ਨਾਲ ਹੀ ਜਲਦ ਮਿਲਾਂਗੇ ਇਸੇ ਐਪੀਸੋਡ ਨੂੰ ਲੈ ਕੇ ਇੱਕ ਵਧੀਆ ਟੌਪਿਕ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਅਤੇ ਮੇਰੇ ਨਾਲ ਕੈਮਰਾਮੈਨ ਜਸਵੀਰ ਸਿੰਘ ਸੇਖਾ ਨੂੰ ਦਿਓ ਇਜਾਜ਼ਤ। ਧੰਨਵਾਦ।